ਸਤਿ ਸ਼੍ਰੀ ਅਕਾਲ ਜੀ, ਮੈਂ ਸੁਦੀਕਸ਼ਾ ਤੁਹਾਡਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਗਿਆਨਮ ਪੰਜਾਬ 'ਚ। ਚਲੋ ਜੇ ਆਪਾਂ ਗੱਲ ਕਰੀਏ ਅੱਜ ਦੇ ਸੈਸ਼ਨ ਦੀ, ਤੁਹਾਨੂੰ ਪਤਾ ਹੀ ਹੈ ਵੀ ਆਰ ਸੋਲਵਿੰਗ ਹੇਅਰ ਪੀਐਸ ਟੈਟ ਕੁਐਸਚਨ ਪੇਪਰਸ, ਰਾਈਟ। ਤੇ ਜੇ ਅੱਜ ਦੀ ਸੈਸ਼ਨ ਦੀ ਗੱਲ ਕਰੀਏ, ਅੱਜ ਆਪਾਂ ਜਿਹੜਾ ਹੈ 2020 ਚ ਜਿਹੜਾ ਪੇਪਰ ਹੋਇਆ ਸੀ, ਪੇਪਰ 2 ਸਾਇੰਸ ਦੇ ਕੁਐਸਚਨਸ ਇੱਧਰ ਡਿਸਕਸ ਕਰਾਂਗੇ। ਠੀਕ ਹੈ ਜੀ, ਕਲੀਅਰ। ਸੋ ਪੀਐਸ ਟੈਟ ਤੁਹਾਨੂੰ ਪਤਾ ਹੀ ਹੈ ਤੁਹਾਡਾ ਐਗਜ਼ਾਮ 15 ਮਾਰਚ ਨੂੰ ਕੰਡਕਟ ਹੋਣਾ ਹੈ। तो सब तो ज़्यादा जरूरी साडे लई ये है कि आप PYQs ਨੂੰ ਸੋਲਵ ਕਰੀਏ, क्योंकि ਜਦੋਂ ਵੀ ਆਪਾਂ PYQs ਦੇ ਕੁਐਸਚਨਸ ਜਿਹੜੇ ਹਨ ਉਹ ਸੋਲਵ ਕਰਦੇ ਆ ਨਾ, ਤੇ ਸਾਨੂੰ ਇੱਕ ਆਈਡੀਆ ਹੋ ਜਾਂਦਾ ਹੈ ਕਿ ਕਿਹੜੇ ਟੌਪਿਕਸ ਬਾਰ-ਬਾਰ ਪੇਪਰ 'ਚ ਰਿਪੀਟ ਹੋ ਰਹੇ ਹਨ। ਨਾਲੇ ਨਾਲ ਤੁਹਾਨੂੰ ਇੱਕ ਜਿਹੜਾ ਹੈ ਪੈਟਰਨ ਦਾ ਅਸੈਸਮੈਂਟ ਕਰਨ ਦਾ ਵੀ ਮੌਕਾ ਮਿਲਦਾ ਹੈ। ਓਕੇ, ਚਲੋ तो ਆਪਾਂ ਅੱਗੇ ਵਧਦੇ ਆ ਆਪਣੇ ਸੈਸ਼ਨ ਵੱਲ। 2020 ਦਾ ਪੇਪਰ ਆਪਾਂ ਇੱਥੇ ਸੋਲਵ ਕਰਾਂਗੇ। ਵੀ ਹੈਵ ਆਲਰੇਡੀ ਸੋਲਵ ਦ ਪੇਪਰ ਫॉर 2024। 2024 ਦਾ ਪੇਪਰ ਜਿਹੜਾ ਹੈ ਆਪਾਂ ਆਲਰੇਡੀ ਸੋਲਵ ਕਰ ਲਿਆ ਹੈ, ਰਾਈਟ। ਇੱਕ ਵਾਰੀ ਮੈਂ ਤੁਹਾਨੂੰ ਦੱਸ ਵੀ ਦਿੰਦੀ ਆ, 2024 ਦਾ ਪੇਪਰ ਆਪਾਂ ਸੋਲਵ ਕਰ ਲਿਆ ਹੈ, 23 ਦਾ ਪੇਪਰ ਆਪਾਂ ਸੋਲਵ ਕਰ ਲਿਆ ਤੇ 21 ਚ ਵੀ ਇੱਕ ਵਾਰੀ ਪੇਪਰ ਹੋਇਆ ਸੀ। ਥੀਸ ਪੇਪਰਸ ਵੀ ਹੈਵ ਆਲਰੇਡੀ ਸੋਲਵ। ਤੁਸੀਂ ਜਾ ਕੇ ਪਲੇਲਿਸਟ 'ਚ ਜਾ ਕੇ ਇੱਕ ਵਾਰੀ ਜਿਹੜਾ ਹੈ ਇਹਨੂੰ ਦੇਖ ਸਕਦੇ ਹੋ, ਕਲੀਅਰ, ਜਿਨ੍ਹਾਂ ਨੇ ਹਲੇ ਤੱਕ ਵੀਡੀਓ ਜਿਹੜੀ ਹੈ ਨਹੀਂ ਦੇਖੀ। ਚਲੋ ਨਾਲੇ ਨਾਲ ਤੁਹਾਨੂੰ ਮੈਂ ਦੱਸਦਾ, ਗਿਆਨਮ ਤੁਹਾਡੇ ਲਈ ਜਿਹੜਾ ਹੈ ਕੋਰਸ ਲੈ ਕੇ ਆ ਰਿਹਾ ਹੈ। ਠੀਕ ਹੈ, 27th ऑफ जनवरी आने वाली है। 27th ऑफ जनवरी तो ਜਿਹੜਾ ਹੈ ਕੋਰਸ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ। ਤੁਹਾਡਾ ਨਵਾਂ ਬੈਚ ਸ਼ੁਰੂ ਹੋਣ ਵਾਲਾ ਹੈ। ਸਿਰਫ ਔਰ ਸਿਰਫ 45 ਡੇਜ਼ ਤੁਹਾਨੂੰ ਪੂਰਾ ਸਿਲੇਬਸ, ਕੰਪਲੀਟ ਸਿਲੇਬਸ ਜਿਹੜਾ ਹੈ ਉਹ ਪ੍ਰੋਵਾਈਡ ਕੀਤਾ ਜਾਊਗਾ, ਉਹ ਕਵਰ ਕਰਾਇਆ ਜਾਊਗਾ। ਲਾਈਵ ਪਲੱਸ ਰਿਕਾਰਡਡ ਦੋਨੋਂ ਕਲਾਸਿਸ ਦਾ ਮੋਡ ਜਿਹੜਾ ਹੈ ਅਵੇਲੇਬਲ ਹੈ। ਨਾਲੇ ਨਾਲ ਤੁਹਾਨੂੰ ਜਿਹੜੇ ਹਨ ਨੋਟਸ ਵੀ ਪ੍ਰੋਵਾਈਡ ਕੀਤੇ ਜਾਣਗੇ। ਨੋਟਸ ਦੇ ਨਾਲ ਦੇਖੋ ਰੈਗੂਲਰ ਪ੍ਰੈਕਟਿਸ ਟੈਸਟ, ਜਿਹੜਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਦੋਂ ਵੀ ਤੁਸੀਂ ਕਿਸੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਰਾਈਟ। ਸੋ ਐਵਰੀਥਿੰਗ ਇਜ਼ ਪ੍ਰੋਵਾਈਡਡ ਇਨ ਦਿਸ ਪਾਰਟਿਕੂਲਰ ਬੈਚ। ਤੇ ਜੇ ਆਪਾਂ ਫੀਸ ਦੀ ਗੱਲ ਕਰੀਏ, ਕੀ ਹੈ ਫੀਸ? ਫੀਸ ਇਜ਼ ਓਨਲੀ ਐਂਡ ਓਨਲੀ 999 ਰੁਪੀਸ। ਠੀਕ ਹੈ ਜੀ, ਤੁਹਾਡੀ ਸਾਰੀ ਤਿਆਰੀ ਜਿਹੜੀ ਹੈ ਗਿਆਨਮ ਨਾਲ ਕੰਪਲੀਟ ਤਿਆਰੀ ਇੱਧਰ ਹੋਣ ਵਾਲੀ ਹੈ ਇਨ 45 ਡੇਜ਼। ਤੇ ਕੀ ਨੰਬਰ ਹੈ? ਨੰਬਰ ਤੇ ਤੁਸੀਂ ਕਾਲ ਕਰਕੇ ਆਪਣੀ ਕੁਐਰੀ, ਆਪਣਾ ਸਬਜੈਕਟ ਦਾ ਡਿਸਕਸ਼ਨ ਜਿਹੜਾ ਹੈ ਉਹ ਕਰ ਸਕਦੇ ਹੋ। ਆਈ ਵਿਲ ਰਾਈਟ ਦ ਨੰਬਰ ਹੇਅਰ 9117 3434 and 34। ਠੀਕ ਹੈ ਜੀ, ਦਿਸ ਇਜ਼ ਦ ਨੰਬਰ। ਇੱਧਰ ਵੀ ਲਿਖਿਆ ਹੋਇਆ ਹੈ, ਇਫ ਇਟ ਇਜ਼ ਨਾਟ ਵਿਜ਼ੀਬਲ ਆਈ ਹੈਵ ਰਿਟਨ। ਠੀਕ ਹੈ ਜੀ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਫਰਦਰ ਡਿਟੇਲਸ ਆਪਣੇ ਸਬਜੈਕਟ ਦੀ ਰਿਗਾਰਡਿੰਗ ਪੁੱਛ ਸਕਦੇ ਹੋ। ਓਕੇ, ਚਲੋ ਆਪਾਂ ਅੱਗੇ ਵਧਦੇ ਹਾਂ। ਪਹਿਲਾ ਕੁਐਸਚਨ ਕਰਾਂਗੇ 2020 ਚ ਕੀ ਸਾਇੰਸ ਦਾ ਕੀ ਲੈਵਲ ਰਿਹਾ ਤੇ ਕਿੱਦਾਂ ਦੇ ਕੁਐਸਚਨ ਜਿਹੜੇ ਹਨ ਉਹ ਪੁੱਛੇ ਗਏ। दिस इज द फर्स्ट क्वेश्चन साइंस दी पेडागोजी तो एक क्वेश्चन है टीचिंग ऑफ साइंस का सब्जेक्ट इत्थे डिस्कस किया गया है। की क्वेश्चन है जरा देखो, which of the following is the best approach of the teaching of science for achieving the psychomotor objectives। ਹੁਣ ਤੁਸੀਂ ਕੀ ਕਰਨਾ ਹੈ, ਬੱਚੇ ਦੇ ਸਾਈਕੋਮੋਟਰ ਆਬਜੈਕਟਿਵਸ ਨੂੰ ਅਸੈਸ ਕਰਨਾ ਹੈ। ਠੀਕ ਹੈ, ਜੇ ਤੁਸੀਂ ਵਿਦਿਆਰਥੀ ਦੀ ਸਾਈਕੋਮੋਟਰ ਆਬਜੈਕਟਿਵਸ ਨੂੰ ਅਚੀਵ ਕਰਨਾ ਚਾਹੁੰਦੇ ਹੋ, ਅਸੈਸ ਕਰਨਾ ਚਾਹੁੰਦੇ ਹੋ ਕਿ ਉਹਨੇ ਉਹ ਅਟੇਨ ਕੀਤੇ ਕਿ ਨਹੀਂ, ਤੇ ਬੈਸਟ ਮੈਥਡ ਆਫ ਟੀਚਿੰਗ ਜਿਹੜਾ ਹੈ ਉਹ ਕੀ ਰਹੂਗਾ। ਕੀ ਤੁਹਾਨੂੰ ਕਲਾਸਰੂਮ ਟੀਚਿੰਗ ਕਰਨੀ ਚਾਹੀਦੀ ਹੈ, ਹੋਮ ਅਸਾਈਨਮੈਂਟਸ ਦੇ ਦੇਣੀਆਂ ਚਾਹੀਦੀਆਂ ਹਨ ਬੱਚੇ ਨੂੰ ਕਰਨ ਲਈ, ਜਾਂ ਫਿਰ ਲੈਬੋਰਟਰੀ ਦਾ ਵਰਕ ਜਿਹੜਾ ਹੈ ਉਹ ਕਰਾਉਣਾ ਚਾਹੀਦਾ ਹੈ, ਜਾਂ ਫਿਰ ਆਲ ਆਫ ਥੀਸ? ਕੀ ਰਹੂਗਾ ਆਨਸਰ? ਫਿਰ ਸਾਈਕੋਮੋਟਰ ਵਰਡ ਆਇਆ ਹੈ, ਸਾਈਕੋਮੋਟਰ। ਠੀਕ ਹੈ ਨਾ, ਹੁਣ ਸਾਈਕੋਮੋਟਰ ਦਾ ਕੀ ਮਤਲਬ ਹੈ ਕਿ ਬੱਚਾ ਜਿਹੜਾ ਹੈ ਉਹ ਆਪਣੇ ਕੋਗਨੀਟਿਵ ਲੈਵਲ ਤੇ ਜਾ ਕੇ ਥੋੜਾ ਐਨਾਲਿਸਿਸ ਵੀ ਕਰੇ, ਰਾਈਟ। ਫਿਰ ਐਨਾਲਿਸਿਸ ਤੇ ਕਰਨ ਨਾਲ ਥੋੜੇ ਮੋਟਰ ਸਕਿੱਲਸ ਵੀ ਉਹਦੇ ਡਿਵੈਲਪ ਹੋਣ। ਤੇ ਮੋਟਰ ਸਕਿੱਲਸ ਕਦੋਂ ਡਿਵੈਲਪ ਹੋਣਗੇ? ਜਦੋਂ ਉਹ ਕੀ ਕਰੂਗਾ, ਫੋਕਸ ਕਰੂਗਾ ਔਨ ਡੂਇੰਗ ਦ ਐਕਚੁਅਲ ਵਰਕ, ਹੈ ਨਾ, ਪਰਫਾਰਮਿੰਗ ਦ ਐਕਸਪੈਰੀਮੈਂਟਸ। ਤੇ ਕਿਹੜੀ ਆਪਸ਼ਨ ਸਹੀ ਹੋ ਜਾਊਗੀ? ਦੈਟ ਇਜ਼ ਆਪਸ਼ਨ ਸੀ, ਰਾਈਟ। ਆਪਸ਼ਨ ਸੀ ਜਿਹੜਾ ਹੈ ਦੈਟ ਵਿਲ ਬਿਕਮ योर ਰਾਈਟ ਆਨਸਰ ਹੇਅਰ। ਕਲੀਅਰ? ਲੈਬੋਰਟਰੀ ਵਰਕ। ਠੀਕ ਹੈ ਜੀ, ਚਲੋ ਅੱਗੇ ਦੇਖੋ ਹੁਣ ਕੀ ਬੱਚੇ ਨੂੰ ਡਿਵੈਲਪ ਕਰਨ ਦਾ ਮੌਕਾ ਜਿਹੜਾ ਹੈ ਮਿਲੂਗਾ ਜਦੋਂ ਲੈਬੋਰਟਰੀ ਵਰਕ ਕਰ ਰਿਹਾ ਹੈ। that means he is developing his practical skills, he is or she ਜੋ ਵੀ ਹੈ ਨਾ, ਬੱਚਾ ਕੀ ਕਰ ਰਿਹਾ, ਆਪਣੇ ਪ੍ਰੈਕਟੀਕਲ ਸਕਿੱਲਸ ਡਿਵੈਲਪ ਕਰ ਰਿਹਾ ਹੈ। ਮੈਨੂਅਲ ਉਹਨੂੰ ਜਿਹੜਾ ਹੈ ਇੱਕ ਐਨਾਲਿਸਿਸ ਕਰਨ ਦਾ ਮੌਕਾ ਮਿਲ ਰਿਹਾ ਹੈ। ਉਹ ਜਿਹੜੀ ਹੈ ਪ੍ਰੈਕਟੀਕਲ ਨੌਲੇਜ ਦੇ ਨਾਲ ਨਾਲ ਥਿਓਰੈਟੀਕਲ ਨੌਲੇਜ ਜਿਹੜੀ ਹੈ ਉਹ ਵੀ ਗੇਨ ਕਰ ਰਿਹਾ ਹੈ। ਕੋਆਰਡੀਨੇਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ, ਨਾਲੇ ਨਾਲ ਐਕਸਪੈਰੀਮੈਂਟਲ ਟੈਕਨੀਕਸ ਜਿਹੜਾ ਹੈ ਬੱਚਾ ਉਸ ਟਾਈਮ ਐਕਟਿਵਲੀ ਸਿੱਖ ਰਿਹਾ ਹੈ। clear? So that is all about the psychomotor development। psychomotor development या psychomotor skill ਜਿਹੜਾ ਹੈ ਬੱਚੇ ਦਾ ਡਿਵੈਲਪ ਹੋ ਰਿਹਾ ਹੈ ਇੱਧਰ। ਚਲੋ ਅੱਗੇ ਦੇਖੋ ਨੈਕਸਟ ਕੁਐਸਚਨ ਕੀ ਪੁੱਛਿਆ ਸੀ ਤੁਹਾਨੂੰ, ਟੀਚਿੰਗ ਏਡ ਦਾ ਕੁਐਸਚਨ। आई एम टेलिंग यू दिस टॉपिक इज वेरी इंपॉर्टेंट। ठीक है ना,
ਟੀਚਿੰਗ ਏਡ, ਟੀਚਿੰਗ ਮੈਥਡਸ ਦੇ ਨਾਲ ਇਵੈਲੂਏਸ਼ਨ ਮੈਥਡਸ, ਟਾਈਪ ਆਫ ਇਵੈਲੂਏਸ਼ਨ, ਇਹ ਸਾਰੇ ਟੌਪਿਕ ਜਿਹੜੇ ਹਨ ਟੀਚਿੰਗ ਆਫ ਸਾਇੰਸ ਦੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਜਿਹੜੇ ਹਨ ਉਹ ਰਹਿਣਗੇ। ਓਕੇ, ਟੀਚਿੰਗ ਏਡ ਕੈਨ ਬੀ ਰਿਪਲੇਸਡ ਬਾਈ ਟੀਚਰ। ਜੇ ਤੁਸੀਂ ਟੀਚਿੰਗ ਏਡ ਲਿਆਏ, ਬਹੁਤ ਵਧੀਆ ਜਿਹਾ ਟੀਚਿੰਗ ਏਡ ਲਿਆਏ ਮੰਨ ਲਓ, ਠੀਕ ਆ, ਕੀ ਤੁਸੀਂ ਉਸ ਟੀਚਿੰਗ ਨਾਲ ਟੀਚਰ ਨੂੰ ਰਿਪਲੇਸ ਕਰ ਸਕਦੇ ਹੋ? ਜਾਂ ਫਿਰ ਇਦਾਂ ਪੁੱਛੀਏ ਕਿ ਟੀਚਰ ਦਾ ਕੰਮ ਜਿਹੜਾ ਹੈ ਕਿਆ ਉਹ ਟੀਚਿੰਗ ਏਡ ਪਰਫਾਰਮ ਕਰ ਸਕਦਾ ਹੈ, ਸਿਰਫ ਔਰ ਸਿਰਫ ਟੀਚਿੰਗ ਏਡ? ਸੋ that is absolutely incorrect, right? ਕੋਈ ਵੀ ਇਦਾਂ ਦਾ ਟੀਚਿੰਗ ਏਡ ਨਹੀਂ ਹੈ ਜਿਹੜਾ ਕਿ ਇੱਕ ਟੀਚਰ ਨੂੰ ਕੀ ਕਰ ਸਕੇ, ਰਿਪਲੇਸ ਕਰ ਸਕੇ। ਤੇ ਇਹ ਸਟੇਟਮੈਂਟ ਜਿਹੜੀ ਹੈ ਇਨਕਰੈਕਟ ਹੈ, ਝੂਠ ਹੈ। ਕਲੀਅਰ? ਕਿਉਂ? ਕਿਉਂਕਿ ਟੀਚਰ ਜਿਹੜਾ ਹੈ ਉਹ ਸਿਰਫ ਬੱਚੇ ਨੂੰ ਸਮਝਾ ਨਹੀਂ ਰਿਹਾ, ਸਿਰਫ ਉਹਨੂੰ ਟੀਚਿੰਗ ਨਹੀਂ ਕਰ ਰਿਹਾ, ਉਹਨੂੰ ਨੌਲੇਜ ਪ੍ਰੋਵਾਈਡ ਕਰਨ ਦੇ ਨਾਲ ਉਹ ਉਹਨੂੰ ਗਾਈਡ ਵੀ ਕਰ ਰਿਹਾ ਹੈ, ਉਹਦੀ ਲਰਨਿੰਗ ਵੀ ਅਸੈਸ ਕਰ ਰਿਹਾ ਹੈ, ਮੋਟੀਵੇਸ਼ਨ ਦੇ ਰਿਹਾ ਬੱਚਿਆਂ ਨੂੰ। ਇੱਕ ਕਲੈਰੀਫਾਈਂਗ ਡਾਊਟਸ ਵਾਲਾ ਸੈਸ਼ਨ ਜਿਹੜਾ ਹੁੰਦਾ ਹੈ ਹਨਾ, ਬੱਚੇ ਦੇ ਕਨਸੈਪਟਸ ਨੂੰ ਕਲੈਰੀਫਾਈ ਕਰ ਰਿਹਾ ਹੈ ਅਕੋਰਡਿੰਗ ਟੂ ਦਾ ਨੌਲੇਜ ਆਫ ਦ ਸਟੂਡੈਂਟ। ਬੱਚੇ ਨੂੰ ਕਿੰਨੀ ਨੌਲੇਜ ਹੈ ਉਹਦੇ ਅਕੋਰਡਿੰਗ। ਕਲਾਸਰੂਮ ਮੈਨੇਜਿੰਗ ਐਂਡ ਇੰਟਰੈਕਸ਼ਨ, ਉਹ ਕੋਈ ਟੀਚਿੰਗ ਏਡ ਨਹੀਂ ਕਰ ਸਕਦਾ, ਰਾਈਟ? ਐਡਰੈਸਿੰਗ ਇੰਡੀਵਿਜੂਅਲ ਡਿਫਰੈਂਸਸ ਕਿੱਦਾਂ ਅਸੈਸ ਕਰੋਗੇ ਤੁਸੀਂ ਟੀਚਿੰਗ ਏਡ ਨਾਲ? ਤੇ ਟੀਚਿੰਗ ਏਡ, ਯੈਸ ਟੀਚਿੰਗ ਏਡਸ ਆਰ ਆਲਸੋ ਇੰਪੋਰਟੈਂਟ, ਲੇਕਿਨ ਟੀਚਰ ਦਾ ਕੰਮ ਸਿਰਫ ਔਰ ਸਿਰਫ ਟੀਚਰ ਹੀ ਕਰ ਸਕਦਾ ਹੈ। ਕਲੀਅਰ? ਚਲੋ ਨੈਕਸਟ ਕੁਐਸਚਨ ਦੇਖੋ। ਹੁਣ ਨੈਕਸਟ ਕੁਐਸਚਨ ਪੁੱਛਿਆ ਗਿਆ ਹੈ, ਅ ਗੁੱਡ ਸਾਇੰਸ ਟੈਕਸਟ ਬੁੱਕ ਕੈਨ ਬੀ ਇਵੈਲੂਏਟਡ ਔਨ ਦ ਬੇਸਿਸ ਆਫ। ਹੁਣ ਤੁਹਾਨੂੰ ਪਤਾ ਹੈ ਆਪਾਂ ਟੈਕਸਟ ਬੁੱਕਸ ਵਾਲਾ ਕੰਸੈਪਟ ਪੜ੍ਹਦੇ ਆ ਕਿ ਆਪਾਂ ਜੇ ਕਰਿਕੂਲਮ ਦੀ ਡਿਵੈਲਪਮੈਂਟ ਕਰਨੀ ਆ ਹਨਾ, ਜਾਂ ਫਿਰ ਆਪਾਂ ਸਾਇੰਸ ਦੀ ਕੋਈ ਟੈਕਸਟ ਬੁੱਕ ਬਣਾਉਣੀ ਆ, ਤੇ ਕੀ ਚੀਜ਼ਾਂ ਸਾਡੇ ਲਈ ਇੰਪੋਰਟੈਂਟ ਹਨ, ਕਿ ਕਿਹੜੇ ਕੰਸੈਪਟ ਜਿਹੜੇ ਹਨ ਉਹ ਇਨਵੋਲਵ ਹੋਣੇ ਚਾਹੀਦੇ ਹਨ ਇਫ ਵੀ ਆਰ ਫੋਕਸਿੰਗ ਔਨ ਦ ਫਾਰਮੇਸ਼ਨ ਆਫ ਅ ਬੁੱਕ ਜਾਂ ਫਿਰ ਕਰਿਕੂਲਮ। ਠੀਕ ਹੈ ਜੀ, ਤੇ ਕੀ ਚੀਜ਼ਾਂ ਆਪਸ਼ਨਸ ਦੇਖੋ ਕੀ ਲਿਖਿਆ ਹੋਇਆ ਹੈ, ਵੋਗਲਸ ਸਪੌਟ ਚੈਕ ਇਵੈਲੂਏਸ਼ਨ ਸਕੇਲ ਜਾਂ ਫਿਰ ਬਲੂਮਸ ਟੈਕਸੋਨੋਮੀ ਤੁਸੀਂ ਧਿਆਨ ਚ ਰੱਖਣੀ ਹੈ, ਜਾਂ ਫਿਰ ਦੋਨੋਂ ਹੀ ਬਹੁਤ ਜ਼ਰੂਰੀ ਹਨ, ਜਾਂ ਫਿਰ ਇਹਨਾਂ ਚ ਕੋਈ ਵੀ ਜਿਹੜਾ ਹੈ ਉਹ ਕਰੈਕਟ ਆਨਸਰ ਤੁਹਾਡਾ ਨਹੀਂ ਹੈ, ਰਾਈਟ? ਹੁਣ ਦੇਖੋ ਜਦੋਂ ਵੀ ਆਪਾਂ ਕਰਿਕੂਲਮ ਜਾਂ ਫਿਰ ਟੀਚਿੰਗ ਕੋਈ ਵੀ ਬੁੱਕ ਜਿਹੜੀ ਹੈ ਆਪਾਂ ਬਣਾਣੀ ਹੈ, ਉਸ ਟਾਈਮ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਕੀ ਕਰੋ, ਇੱਕ ਸਕੇਲ ਹੈ ਜਿਹੜਾ ਵੋਗਲ ਨੇ ਡਿਸਕਸ ਕੀਤਾ ਸੀ, ਉਹਦੀ ਇਵੈਲੂਏਸ਼ਨ ਦੇ ਕੁਝ ਪੁਆਇੰਟਸ ਹਨ, ਰਾਈਟ? ਉਹਦੇ ਅਕੋਰਡਿੰਗ ਤੁਸੀਂ ਕੀ ਕਰਨੀ ਹੈ, ਬੁੱਕ ਦੀ ਫਾਰਮੇਸ਼ਨ ਕਰਨੀ ਹੈ। ਨਾਲੇ ਨਾਲ ਬੁੱਕ ਨੂੰ ਬਣਾਉਂਦੇ ਟਾਈਮ you have to focus also on the Bloom's taxonomy। Bloom's taxonomy ਦੇ ਅਲੱਗ-ਅਲੱਗ ਲੈਵਲਸ ਹਨ, ਜਿਹੜਾ ਕਿ ਬੱਚੇ ਦੀ ਟੀਚਿੰਗ ਬਾਰੇ ਸਾਨੂੰ ਦੱਸ ਰਿਹਾ ਹੈ, ਬੱਚੇ ਦੀ ਅਸੈਸਮੈਂਟ ਬਾਰੇ ਸਾਨੂੰ ਦੱਸ ਰਿਹਾ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਤੁਸੀਂ ਧਿਆਨ 'ਚ ਰੱਖਣੀਆਂ ਹਨ every time when you are forming a book। So C option, both the options are correct here। Clear? ਇੱਕ ਗੁੱਡ ਸਾਇੰਸ ਟੈਕਸਟ ਬੁੱਕ ਦੀ ਜੇ ਆਪਾਂ ਗੱਲ ਕਰੀਏ, ਕੁਆਲਿਟੀ ਕੰਟੈਂਟ ਦੇ ਨਾਲ ਲਰਨਿੰਗ ਆਊਟਕਮਸ ਆਰ ਆਲਸੋ देयर ਐਂਡ ਵੋਗਲ ਸਪੌਟ ਸਕੇਲ ਚੈੱਕ ਆਫ ਇਵੈਲੂਏਸ਼ਨ ਜਿਹੜਾ ਹੈ ਨਾ, ਅਸੈਸ ਕਰਦਾ ਹੈ ਕਿ ਟੈਕਸਟ ਬੁੱਕ ਦੀ ਆਰਗੇਨਾਈਜੇਸ਼ਨ ਸਹੀ ਹੈ ਜਾਂ ਫਿਰ ਉਹਦੀ ਐਕੂਰੇਸੀ ਜਿਹੜੀ ਹੈ ਉਹ ਸਹੀ ਹੈ, ਆਥੈਂਟਿਕ ਇਨਫੋਰਮੇਸ਼ਨ ਯੂਜ਼ ਕੀਤੀ ਗਈ ਹੈ ਜਾਂ ਫਿਰ ਨਹੀਂ, ਰਾਈਟ? ਲੈਂਗੁਏਜ ਜਿਹੜੀ ਹੈ ਬੱਚੇ ਨੂੰ ਸਮਝ ਆ ਰਹੀ ਹੈ ਕਿ ਨਹੀਂ, ਐਂਡ ਇਲਸਟ੍ਰੇਸ਼ਨਸ ਜਿਹੜੀ ਐਗਜ਼ਾਮਪਲ ਡਿਸਕਸ ਕੀਤੀਆਂ ਹਨ ਬੁੱਕ 'ਚ ਕਿ ਉਹ ਬੱਚੇ ਦੇ ਲੈਵਲ ਨਾਲ ਮੈਚ ਕਰ ਰਹੀਆਂ ਹਨ, ਜਾਂ ਫਿਰ ਸਾਇੰਟਿਫਿਕ ਰੈਲੇਵੈਂਸ ਬੁੱਕ ਦਾ ਹੈ ਵੀ ਹੈ ਕਿ ਨਹੀਂ, ਕਿਉਂਕਿ ਆਪਾਂ ਇੱਥੇ ਸਾਇੰਸ ਦੀ ਬੁੱਕ ਦੀ ਡਿਸਕਸ਼ਨ ਕਰ ਰਹੇ ਹਾਂ। ਠੀਕ ਆ, ਨਾਲੇ ਨਾਲ ਜੇ ਆਪਾਂ ਬਲੂਮਸ ਟੈਕਸੋਨੋਮੀ ਨੂੰ ਦੇਖੀਏ ਤੇ ਬਲੂਮਸ ਟੈਕਸੋਨੋਮੀ ਸਿੱਧੀ ਗੱਲ ਹੈ ਕਿ ਉਹ ਵੈਲੂਏਟ ਕਰਦਾ ਹੈ ਕਿ ਟੈਕਸਟ ਬੁੱਕਸ ਅਲੱਗ-ਅਲੱਗ ਲੈਵਲਸ ਨੂੰ ਮੀਟ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਹੈ। ਕਲੀਅਰ? ਕੈਗਨੀਟਿਵ ਲੈਵਲ ਜਿੱਦਾਂ ਕਿ ਨੌਲੇਜ, ਨਾਲੇ ਨਾਲ ਅੰਡਰਸਟੈਂਡਿੰਗ, ਐਪਲੀਕੇਸ਼ਨ ਜਾਂ ਫਿਰ ਐਨਾਲਿਸਿਸ ਤੇ ਇਵੈਲੂਏਸ਼ਨ, ਇਹ ਸਾਰੇ ਲੈਵਲ ਜਿਹੜੇ ਹਨ ਉਹ ਮੀਟ ਹੋਣੇ ਚਾਹੀਦੇ ਹਨ। ਇਹ ਸਾਰੇ ਪੁਆਇੰਟਸ ਜਿਹੜੇ ਹਨ ਤੁਹਾਡੇ ਬਲੂਮਸ ਟੈਕਸੋਨੋਮੀ 'ਚ ਆਣਗੇ। ਕਲੀਅਰ? ਓਕੇ, ਚਲੋ ਨੈਕਸਟ ਕੁਐਸਚਨ ਦੇਖੋ। ਹੁਣ ਇਵੈਲੂਏਸ਼ਨ ਆਫ ਅ ਸਾਇੰਸ ਸ਼ੁੱਡ ਬੀ ਬੇਸਡ ਅਪਨ, ਹੁਣ ਤੁਸੀਂ ਸਾਇੰਸ ਦੀ ਇਵੈਲੂਏਸ਼ਨ ਕਰਨੀ ਹੈ ਕਿਸ ਚੀਜ਼ 'ਚ, ਇਹ ਜਿਹੜੇ ਹੈ that has to be based written type of test ਤੁਸੀਂ ਕਰਾਓ ਕੰਡਕਟ, ਜਾਂ ਫਿਰ ਪਰਫਾਰਮੈਂਸ ਟਾਈਪ ਆਫ ਟੈਸਟ ਕਰਾਓ, ਜਾਂ ਫਿਰ ਵੈਰਾਈਟੀ ਆਫ ਟੈਕਨੀਕਸ ਸਾਡੇ ਕੋਲ ਹਨ ਜਿਹਦੇ ਥਰੂ ਆਪਾਂ ਕੀ ਕਰ ਸਕਦੇ ਹਾਂ, ਸਾਇੰਸ ਦੀ ਇਵੈਲੂਏਸ਼ਨ ਕਰ ਸਕਦੇ ਹਾਂ, ਜਾਂ ਫਿਰ ਇਹਨਾਂ 'ਚੋਂ ਕੋਈ ਵੀ ਆਪਸ਼ਨ ਜਿਹੜੀ ਹੈ ਉਹ ਸਹੀ ਨਹੀਂ ਹੈ। ਸੋ what will be the right answer? ਸਾਇੰਸ ਨੂੰ ਅਸੈਸ ਕਰਨ ਦੇ ਕੋਈ ਸਪੈਸੀਫਿਕ ਤਰੀਕੇ ਨਹੀਂ ਹੁੰਦੇ। ਠੀਕ ਹੈ, ਜੇ ਤੁਸੀਂ ਸਾਇੰਸ ਨੂੰ ਅਸੈਸ ਕਰਨਾ ਹੈ, ਯੂ ਆਰ ਹੈਵਿੰਗ ਅ ਲੋਟ ਆਫ ਇਵੈਲੂਏਸ਼ਨ ਟੈਕਨੀਕਸ। ਠੀਕ ਹੈ ਜੀ, ਠੀਕ ਹੈ ਜੀ। ਦੇਖੋ ਕੀ ਹੋ ਜਾਊਗਾ, ਸੀ ਆਪਸ਼ਨ ਵੈਰਾਈਟੀ ਆਫ ਟੈਕਨੀਕਸ, ਦਿਸ ਵਿਲ ਬਿਕਮ ਯੋਰ ਕਰੈਕਟ ਆਂਸਰ ਨਾ, ਕਿਉਂਕਿ ਬਹੁਤ ਸਾਰੇ ਤੁਹਾਡੇ ਕੋਲ ਜਿਹੜੇ ਹਨ ਤਰੀਕੇ ਅਵੇਲੇਬਲ ਹਨ। ਠੀਕ ਹੈ, ਕਿਆ ਤਰੀਕੇ ਯੂ ਵਿਲ ਬੀ ਇਨਕਲੂਡਿੰਗ?
ਕਗਨੀਟਿਵ ਯਾਨੀ ਕਿ ਨੌਲੇਜ ਬੇਸਡ, ਸਾਈਕੋਮੋਟਰ ਜਿਹੜਾ ਕਿ ਤੁਹਾਡੀ ਸਕਿੱਲ ਨੂੰ ਬਣਾ ਰਿਹਾ ਹੈ, ਜਾਂ ਫਿਰ ਇਫੈਕਟਿਵ ਜਿੱਥੇ ਤੁਸੀਂ ਕੀ ਕਰ ਰਹੇ ਹੋ, ਆਪਣੀ ਨੌਲੇਜ ਨੂੰ ਅਪਲਾਈ ਕਰ ਰਹੇ ਹੋ, ਡਿਫਰੈਂਟ ਐਟੀਟਿਊਡਸ ਜਾਂ ਬਿਹੇਵੀਅਰ ਨੂੰ ਅਸੈਸ ਕਰ ਰਹੇ ਹੋ, ਰਾਈਟ। ਚਲੋ ਜੀ ਅਗਲਾ ਕੁਐਸਚਨ ਦੇਖੋ ਹੁਣ। ਰੈਮੀਡੀਅਲ ਟੀਚਿੰਗ ਇਜ਼ ਬੇਸਡ ਅਪਨ, ਰੈਮੀਡੀਅਲ ਟੀਚਿੰਗ ਕੀ ਹੁੰਦੀ ਹੈ ਕਿ ਰੈਮੀਡੀ ਵਰਡ ਤੋਂ ਜਿਹੜਾ ਹੈ ਰੈਮੀਡੀਅਲ ਟੀਚਿੰਗ ਆਇਆ ਹੈ ਬੇਸਿਕਲੀ। ਰੈਮੀਡੀ ਦਾ ਕੀ ਮਤਲਬ ਹੋਇਆ ਹੁਣ ਇੱਧਰ, ਵਾਟ ਇਜ਼ ਦ ਮੀਨਿੰਗ ਆਫ ਰੈਮੀਡੀ, ਕਿ ਤੁਸੀਂ ਬੱਚੇ ਨੂੰ ਕੀ ਕਰਨਾ ਹੈ, क्योर प्रोवाइड कराना है ना। रेमेडी मतलब की होया कि तुसी बच्चे ਨੂੰ क्योर प्रोवाइड कराना है, किसी चीज़ ਦਾ सॉल्यूशन प्रोवाइड कराना है। बच्चा तकलीफ 'ਚ है, ਉਹਦੀ ਪ੍ਰੋਬਲਮ ਨੂੰ ਸਮਝ ਕੇ ਤੁਸੀਂ ਉਹਦੀ ਸੋਲੂਸ਼ਨ ਜਿਹੜੀ ਹੈ ਬੱਚੇ ਨਾਲ ਡਿਸਕਸ ਕਰਨੀ ਹੈ, ਦੈਟ ਇਜ਼ ਨੋਨ ਐਜ਼ ਰੈਮੇਡੀ ਟੀਚਿੰਗ। ਹੁਣ ਰੈਮੇਡੀ ਟੀਚਿੰਗ ਜਿਹੜੀ ਹੈ ਜੇ ਤੁਸੀਂ ਕਰਨੀ ਹੈ ਤੁਹਾਨੂੰ ਵੈਲੂਏਸ਼ਨ ਕਰਨੀ ਪੈਣੀ ਹੈ ਨਾ ਪਹਿਲਾਂ। ਹੁਣ ਤੁਸੀਂ ਇਵੈਲੂਏਸ਼ਨ ਕਿੱਦਾਂ ਕਰੋਗੇ, ਪਲੇਸਮੈਂਟ ਇਵੈਲੂਏਸ਼ਨ ਕਰੋਗੇ, ਫਾਰਮੇਟਿਵ ਇਵੈਲੂਏਸ਼ਨ ਕਰੋਗੇ, ਸਮੇਟਿਵ ਇਵੈਲੂਏਸ਼ਨ ਕਰੋਗੇ, ਜਾਂ ਫਿਰ ਡਾਇਗਨੋਸਟਿਕ ਟੈਸਟਿੰਗ ਜਿਹੜੀ ਹੈ ਬੱਚੇ ਦੀ ਕਰੋ। ਹੁਣ ਮੈਂ ਤੁਹਾਨੂੰ ਦੱਸਿਆ कि टीचिंग ऑफ साइंस वाले सब्जेक्ट इवैल्यूएशन टाइप ऑफ इवैल्यूएशन इज वेरी इंपॉर्टेंट टॉपिक, क्लियर। जे आप प्लेसमेंट इवैल्यूएशन की गल करिए तो प्लेसमेंट इवैल्यूएशन जिहड़ी है एक इदां दी टेक्नीक है जिहदे च आपां की कर रहे हैं, अलग अलग लैवल्स च बच्चे नूं इवैल्यूएट करन दी जिहड़ी है वो कोशिश कर रहे हैं। जर्नल टर्म जिहड़ी है दैट इज यूज्ड। फॉर्मेटिव असैसमेंट की गल करिए, इन बिटवीन स्टडी तुसी कुछ भी असैसमेंट करनी है, दैट इज नोन एज फॉर्मेटिव। सबमिटिव जी इवैल्यूएशन है दैट इज डन आफ्टर कंप्लीटिंग द फुल सिलेबस या फिर फुल टॉपिक, राइट। डायग्नोस्टिक टेस्टिंग की होगी, डायग्नोस्टिक टेस्टिंग यानी कि आपां असैस करना है, डायग्नोज करने की कोशिश करनी है, बच्चे की प्रॉब्लम नूं समझण की कोशिश जिहड़ी आपां करनी है। जे आपां बच्चे की प्रॉब्लम नूं समझांगे तां ही ते रेमेडियल टीचिंग करांगे, राइट। सो ऑप्शन डी जिहड़ी है दैट विल बिकम योर राइट आंसर। किदां दी टीचिंग, डायग्नोस्टिक टीचिंग। नेक्स्ट क्वेश्चन देखो हुण, विच ऑफ द फॉलोइंग इज अ प्रोजेक्टेड एड। हुण एड, टीचिंग एड तो क्वेश्चन आया है, टीचिंग एड दी टाइप च एक प्रोजेक्टेड एड भी आंसर जिहड़ा है तुहानूं देखण नूं मिलिया होना है, राइट। ओहदी एग्जांपल्स तुसीं दसनी है इधर, टेलीविजन, स्लाइड प्रोजेक्टर, बोथ अबव या फिर नन अबव, नन ऑफ अबव। की रहूगा, टेलीविजन च भी देखो तुहानूं विजुअल्स जिहड़े हन ओह देखण नूं मिलदे हन अलॉन्ग विद द ऑडियो, है ना, ऑडियो दे नाल नाल। साइड प्रोजेक्टर च भी सेम इदां दा कंसेप्ट रहूगा, राइट। सो बोथ द आंसर्स आर करेक्ट, बोथ। सी ऑप्शन विल बी योर राइट आंसर हियर। दिस वाज इजी। पेपर जिहड़ा देखो हुण ज़्यादा डिफिकल्ट पेपर नहीं है ना, ईजी क्वेश्चंस ही पूछे गए हैं, बट कुछ साइंटिफिक क्वेश्चन जिहड़े हन तुहानूं पता होने चाहिए हैं। जिद्दां कि जे आपां इस क्वेश्चन नूं देखिए, हुण देखो जरा, साइंस दा क्वेश्चन है, इन केस ऑफ द लाइकन्स द सिंबायोटिक रिलेशनशिप एग्जिस्ट बिटवीन। जे आपां लाइकन्स की गल करिए, है ना, लाइकन्स की गल करिए तो इन्हां च एक सिंबायोटिक एसोसीएशन हुंदा है। सिंबायोटिक एसोसीएशन मतलब कि ऑर्गेनिज्म 1 ऑर्गेनिज्म 2 दोनों नूं एक दूजे नाल की हो रहा है, बेनिफिट हो रहा है, तो उन्होंने एक एसोसीएशन बनाई है, ठीक है। एक न्यू ऑर्गेनिज्म जिद्दां कि लाइकन वो क्रिएट करता है। हुण लाइकन बेसिकली दो टाइप के ऑर्गेनिजम्स नाल बनिया हुंदा है, दो बॉडी पार्ट्स हुंदे हैं इहदे, एक ते एल्गल बॉडी हुंदी है, दूजी हुंदी है फंगल बॉडी। एल्गल बॉडी की कर रही है, फोटोसिंथेसिस कर रही है, फोटोसिंथेसिस करके की बना रही है, फूड बना रही है। वो फूड किन्नू प्रोवाइड कर रही है, फंगस नू प्रोवाइड कर रही है, तो फंगस नू बेनिफिट होया ना, क्लियर। लेकिन एल्गा काम करके फंगस नू प्रोवाइड कर रही है, एल्गा नू की बेनिफिट होया, एल्गा की करदी है फंगस के थ्रू एब्जॉर्प्शन करदी है। बेसिकली जिहड़ी फंगस है वो सरफेस एरिया इंक्रीज कर रही है, ते एब्जॉर्प्शन नू की कर रही है, ये इंक्रीज कर रही है इधर, क्लियर। सो दिस इज हाउ अ सिंबायोटिक एसोसिएशन इज बिल्ड अप बिटवीन द एल्गल एंड फंगल बॉडी टू फॉर्म लाइकन्स। ते इहदे नाल तुसीं एक होर पॉइंट ऐड कर लो, लाइकन्स नू आपां पोल्यूशन इंडिकेटर भी कहंदे हन। की कहंदे हन? पोल्यूशन इंडिकेटर्स। जिथे भी पोल्यूटेड एरिया होया, जिथे भी सल्फर डाइऑक्साइड या सल्फर का कोई भी गैशियस कंपाउंड प्रेजेंट है एयर च, उधर तुहानू लाइकन्स जिहड़े हन वो नहीं दिखणगे, क्लियर। सो दे आर ऑल्सो नोन एज पोल्यूशन इंडिकेटर्स। इन्हां नू आपां पोल्यूशन इंडिकेटर्स भी कहंदे हन, ठीक है जी। चलो, एल्गल बॉडी क्या सी? एल्गल बॉडी नू आपां इन जनरली फाइकोबाइंट भी कह दिंदे हन, फाइको, क्लियर। ते माइकोबाइंट आपां कहंदे हन फंगल पार्टनर नू, ओके। इस तरीके नाल भी तुसीं इहनू याद रख सकदे हो। चलो अगला क्वेश्चन देखो,
which of the following will take maximum time to degenerate? ਸਭ ਤੋਂ ਜ਼ਿਆਦਾ time degenerate ਕਰਨ ਨੂੰ ਕਿੰਨੂੰ ਲੱਗੂਗਾ? wood, metal, cans and plastic bags ਜਾਂ ਫਿਰ none of above? ਹੁਣ non renewable, right? ਕੀ ਰਹੂਗਾ? ਜਿਹੜਾ ਸੌਰੀ ਨॉन ਰੀਨੇਬਲ ਨਹੀਂ, ਨॉन ਬਾਇਓਡੀਗ੍ਰੇਡੇਬਲ, ਜਿਹੜਾ ਡੀਗ੍ਰੇਡ ਨਹੀਂ ਹੁੰਦਾ, ਇਟ ਟੇਕਸ ਲੋਟ ਆਫ ਟਾਈਮ, ਤੇ ਕੀ ਆ ਜਾਊਗਾ ਆਨਸਰ ਤੁਹਾਡਾ? ਪਲਾਸਟਿਕ ਬੈਗ। ਠੀਕ ਹੈ ਜੀ, ਪਲਾਸਟਿਕ ਬੈਗ ਨੂੰ 100 ਆਫ ਇਅਰਸ ਲੱਗ ਜਾਂਦੇ ਹਨ ਟੂ ਡੀਗ੍ਰੇਡ। ਨੈਕਸਟ ਕੁਐਸਚਨ ਦੇਖੋ, ਅ ਗ੍ਰੀਨ ਕੋਟਿੰਗ ਔਨ ਅ ਕਾਪਰ ਵੈਸਲ, ਕਾਪਰ ਯਾਨੀ ਕਿ ਤਾਂਬੇ ਦਾ ਕੋਈ ਭਾਂਡਾ ਹੈ, ਠੀਕ ਹੈ, ਉਸ ਤਾਂਬੇ ਦੇ ਬਰਤਨ ਤੇ ਇੱਕ ਗ੍ਰੀਨ ਕੋਟਿੰਗ ਤੁਸੀਂ ਆਬਜ਼ਰਵ ਕੀਤੀ ਹੋਣੀ ਹੈ ਕਿ ਅਕਸਰ ਆ ਜਾਂਦੀ ਹੈ, that is exposed to the moisture। ਜਦੋਂ ਵੀ ਕੋਈ 에ਅਰ 'ਚ ਮੋਇਸਚਰ ਪ੍ਰੈਜ਼ੈਂਟ ਹੈ ਉਸ ਟਾਈਮ ਇਹ ਜ਼ਿਆਦਾ ਕੋਟਿੰਗ, ਗ੍ਰੀਨ ਕਲਰ ਦੀ ਕੋਟਿੰਗ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਬੇਸਿਕਲੀ ਗ੍ਰੀਨ ਕੋਟਿੰਗ ਕੀ ਹੈ, ਉਹਦੇ ਅਕੋਰਡਿੰਗ ਤੁਸੀਂ ਰਾਈਟ ਆਪਸ਼ਨ ਜਿਹੜੀ ਉਹ ਚੂਜ਼ ਕਰਨੀ ਹੈ। ਠੀਕ ਹੈ, ਫਸਟ ਆਪਸ਼ਨ ਸੇਜ਼ ਕਾਪਰ ਹਾਈਡਰੋਕਸਾਈਡ ਐਂਡ ਕਾਪਰ ਕਾਰਬੋਨੇਟ, ਇਹ ਫਾਰਮ ਹੋ ਰਹੇ ਹਨ ਉਸ ਗ੍ਰੀਨ ਕੋਟਿੰਗ 'ਚ, ਜਾਂ ਫਿਰ ਕਾਪਰ ਆਕਸਾਈਡ ਫਾਰਮ ਹੋ ਰਿਹਾ ਅਲੋਂਗ ਵਿਦ ਦ ਕਾਰਬੋਨੇਟ, ਜਾਂ ਫਿਰ ਕਾਪਰ ਹਾਈਡਰੋਕਸਾਈਡ ਦੇ ਨਾਲ ਇੱਧਰ ਵੀ ਆਕਸਾਈਡ ਦੇਤਾ, या फिर none of above। ਕੀ ਰਹੂਗਾ ਆਨਸਰ? ਹੁਣ B और C ऑप्शन ਤੇ I can't see any difference, ਇਹ ਤੇ ਵੈਸੇ ਹੀ ਗਲਤ ਹੋ ਗਿਆ। none of above is also wrong। ਕੀ ਬਣ ਰਿਹਾ ਹੈ? ਗ੍ਰੀਨ ਕਲਰ ਦੀ ਕੋਟਿੰਗ, ਗ੍ਰੀਨ ਕਲਰ ਦੀ ਕੋਟਿੰਗ ਬੇਸਿਕਲੀ ਕਾਪਰ ਦੇ ਯਾਨੀ ਕਿ ਤਾਂਬੇ ਦੇ ਹਾਈਡਰੋਕਸਾਈਡ ਹਨ, ਨਾਲੇ ਨਾਲ ਕਾਪਰ ਦੇ ਹੀ ਕਾਰਬੋਨੇਟਸ ਹਨ। ਠੀਕ ਹੈ, ਸੋ that green color coating which is also known as patina, ਇਸ ਪਟੀਨਾ ਕੋਟਿੰਗ 'ਚ ਤੁਹਾਨੂੰ ਇੱਕ ਕਾਪਰ ਦਾ ਕਾਰਬੋਨੇਟ ਕੰਪਾਊਂਡ ਦੇਖਣ ਨੂੰ ਮਿਲੇਗਾ। ਠੀਕ ਹੈ, ਨਾਲੇ ਨਾਲ ਤੁਹਾਨੂੰ ਕਾਪਰ ਦਾ ਹਾਈਡਰੋਕਸਾਈਡ ਕੰਪਾਊਂਡ ਜਿਹੜਾ ਹੈ ਉਹ ਵੀ ਦੇਖਣ ਨੂੰ ਮਿਲੇਗਾ। ਦੋਨੋਂ ਮੋਲੀਕਿਊਲਸ ਕਾਰਬੋਨੇਟ ਦੇ ਨਾਲ ਨਾਲ ਹਾਈਡਰੋਕਸਾਈਡ ਬੋਥ ਆਰ ਪ੍ਰੈਜ਼ੈਂਟ। ਓਕੇ, ਚਲੋ ਹੁਣ ਦੇਖੋ ਨੈਕਸਟ ਕੁਐਸਚਨ। ਇਹ ਕੁਐਸਚਨ ਤੁਹਾਨੂੰ এনवायरमेंट 'ਚ ਪੁੱਛਿਆ ਗਿਆ ਸੀ। ਠੀਕ ਹੈ, ਬਿਟੂਮਨ ਪੈਟਰੋਲੀਅਮ ਪ੍ਰੋਡਕਟ ਇਜ਼ ਯੂਜ਼ਡ ਇਨ। ਹੁਣ ਜੇ ਤੁਸੀਂ ਬਿਟੂਮਨ ਨੂੰ ਯੂਜ਼ ਕਰਨਾ ਹੈ ਐਜ਼ ਅ ਪੈਟਰੋਲੀਅਮ ਪ੍ਰੋਡਕਟ, ਕੀ ਪ੍ਰੋਡਕਟਸ ਹਨ ਜਿਹਦੇ ਵਿੱਚ ਬਿਟੂਮਨ ਜਿਹੜਾ ਹੈ that is used। ਓਕੇ, ਪੇਂਟਸ, ਰੋਡ ਸਰਫੇਸਿੰਗ 'ਚ ਤੁਸੀਂ ਇਹਨੂੰ ਯੂਜ਼ ਕਰਦੇ ਹੋ, both above are correct ਜਾਂ ਫਿਰ none above are correct। ਹੁਣ ਬਿਟੂਮਨ ਇੱਕ ਪੈਟਰੋਲੀਅਮ ਦਾ ਪ੍ਰੋਡਕਟ ਹੈ, ਬੇਸਿਕਲੀ ਇੱਕ ਕੋਟਿੰਗ ਸਰਫੇਸ ਜਿਹੜੀ ਹੈ ਉਹ ਬਣਾਉਂਦਾ ਹੈ। ਕੋਟਿੰਗ ਸਰਫੇਸ ਬਣਾਉਣ ਦੇ ਨਾਲ ਨਾਲ ਬਿਟੂਮਨ ਇਜ਼ ਵੈਰੀ ਗੁੱਡ ਇਨ ਫਿਕਸਿੰਗ ਦ ਥਿੰਗਸ। ਠੀਕ ਹੈ, ਸੋ ਰੋਡ ਸਰਫੇਸਿੰਗ, ਬਿਲਕੁਲ ਰੋਡ ਸਰਫੇਸਿੰਗ 'ਚ ਤੇ ਇਹਦਾ ਯੂਜ਼ ਕਰਦੇ ਹੀ ਹਾਂ, ਕਿਉਂਕਿ ਇਹ ਕੀ ਕਰ ਰਿਹਾ ਹੈ ਉਧਰ ਉਹਨੂੰ ਹਾਰਡ ਕੰਪੈਟੇਬਿਲਿਟੀ ਜਿਹੜੀ ਆ ਉਹ ਪ੍ਰੋਵਾਈਡ ਕਰਵਾ ਰਿਹਾ ਹੈ। ਲੇਕਿਨ ਪੇਂਟਸ ਯਾਨੀ ਕਿ ਕੋਟਿੰਗ ਸਰਫੇਸਿਸ, ਸੋ ਆਬਵੀਅਸਲੀ ਪੇਂਟਸ ਵੀ ਜਿਹੜਾ ਹੈ ਤੁਹਾਡਾ ਕਰੈਕਟ ਆਨਸਰ ਹੈ। ਸੋ ਆਪਸ਼ਨ ਬੀ ਬੋਥ ਅਬਵ ਆਰ ਦ ਕਰੈਕਟ, ਦਿਸ ਆਪਸ਼ਨ ਇਜ਼ ਕਰੈਕਟ। ਠੀਕ ਹੈ ਜੀ, ਤੁਸੀਂ ਰੋਡ ਸਰਫੇਸਿੰਗ 'ਚ ਵੀ ਇਹਨੂੰ ਯੂਜ਼ ਕਰ ਰਹੇ ਹੋ ਇਹਦੀ ਡਿਊਰੇਬਿਲਿਟੀ ਕਰਕੇ, ਐਂਡ ਨਾਲੇ ਨਾਲ ਇਹਦੀ ਵਾਟਰਪ੍ਰੂਫਿੰਗ ਕੋਟਿੰਗਸ ਜਿਹੜੀ ਹਨ ਉਹ ਬਣਦੀਆਂ ਹਨ ਇਨ ਦਾ ਪੇਂਟ। ਨੈਕਸਟ ਕੁਐਸਚਨ ਦੇਖੋ, which part of the human eye senses the color। ਹੁਣ ਦੇਖੋ ਹਿਊਮਨ ਆਈ ਦੀ ਜੇ ਆਪਾਂ ਗੱਲ ਕਰੀਏ, ਹਿਊਮਨ ਆਈ 'ਚ ਦੋ ਫੋਟੋ ਰਿਸੈਪਟਰ ਸੈਲਸ, ਦੋ ਤਰੀਕੇ ਦੇ ਫੋਟੋ ਰਿਸੈਪਟਰ ਸੈਲਸ ਪ੍ਰੈਜ਼ੈਂਟ ਹੁੰਦੇ ਹਨ। ਠੀਕ ਹੈ, ਫੋਟੋ ਰਿਸੈਪਟਰ ਸੈਲਸ ਪ੍ਰੈਜ਼ੈਂਟ ਹੁੰਦੇ ਹਨ ਟੂ ਟਾਈਪਸ ਦੇ। ਕੀ ਹਨ? ਪਹਿਲਾ ਆ ਜਾਊਗਾ ਤੁਹਾਡਾ ਕੌਨਸ ਜਿਹੜਾ ਕਿ ਇੱਥੇ ਦਿੱਤਾ ਹੋਇਆ ਹੈ, ਦੂਜਾ ਆ ਜਾਊਗਾ ਰੋਡਸ। these are the two type of the photoreceptor cells। cones are responsible for the color, colorful दुनिया ਤੁਹਾਨੂੰ ਦਿਖਾਈ ਦੇ ਰਹੀ ਹੈ ਰੰਗ ਬਿਰੰਗੀ, that is due to the photoreceptor cells which are cones। ਠੀਕ ਹੈ, rods ਜਿਹੜੇ ਹਨ they are basically used for the night vision, night vision ਲਈ ਜਿਹੜੇ ਹਨ ਉਹ ਯੂਜ਼ ਕੀਤੇ ਜਾਂਦੇ ਹਨ। ਠੀਕ ਹੈ, ਸੋ dim and light ਦੇ ਵਿੱਚ ਜਿਹੜਾ ਤੁਸੀਂ ਡਿਫਰੈਂਸ਼ੀਏਟ ਕਰ ਪਾ ਰਹੇ ਹੋ that is due to the rods, and if you are able to see the colorful world that is due to the cones, that will become, what will become your right answer here, that is cones। okay, ਚਲੋ next question ਦੇਖੋ। ਠੀਕ ਹੈ, I ਤੋਂ ਹੀ ਨਾ ਇੱਕ ਹੋਰ question ਆਇਆ ਸੀ ਤੁਹਾਨੂੰ, I feel 2023 ਦਾ ਪੇਪਰ ਸੀਗਾ ਮੇ ਬੀ, ਜਾਂ ਫਿਰ 21 ਦਾ ਪੇਪਰ ਹੋਣਾ ਹੈ। ਕੀ question ਸੀਗਾ? that was from the iris question 'ਚ ਪੁੱਛਿਆ ਸੀ ਕਿ ਆਈ ਦੇ ਅਲੱਗ-ਅਲੱਗ ਕਲਰਸ ਹੁੰਦੇ ਆ, that is due to a pigment। ਉਹ pigment ਕਿੱਥੇ present ਹੁੰਦਾ ਹੈ, right? so that pigment is present in the iris 'ਚ ਜਿਹੜਾ ਹੈ colorful pigment present ਹੁੰਦਾ, that gives a color to your eyes। clear? next question ਦੇਖੋ ਹੁਣ, rainbow is a natural phenomena based on। ਠੀਕ ਹੈ ਜੀ, ਰੇਨਬੋ ਜੋ ਤੁਹਾਨੂੰ ਪਤਾ ਹੈ ਇੱਕ ਨੈਚੁਰਲ ਫਿਨੋਮੀਨਾ ਹੋ ਰਿਹਾ ਹੈ, ਕਿਹਦੇ ਤੇ ਬੇਸਡ ਹੈ ਬਈ? ਰਿਫਲੈਕਸ਼ਨ, ਡਾਇਫ੍ਰੈਕਸ਼ਨ, ਡਿਸਪਰਸ਼ਨ ਜਾਂ ਫਿਰ none of above।
ਹੁਣ ਰੇਨਬੋ ਬੇਸਿਕਲੀ ਕਦੋਂ ਬਣਦਾ ਹੈ? when there is raining also and there is sunlight also। ਤਾਂ ਬੇਸਿਕਲੀ that water droplet, ਜਿਹੜੀ ਵਾਟਰ ਦੀ ਡ੍ਰੌਪਲੇਟ ਹੈ ਨਾ, that act like a prism, ਹੈ ਨਾ, ਪ੍ਰਿਜ਼ਮ ਦੀ ਤਰ੍ਹਾਂ ਐਕਟ ਕਰਦੀ ਹੈ। whenever light enters into it, ਜਦੋਂ ਵੀ ਲਾਈਟ ਐਂਟਰ ਕਰ ਰਹੀ ਹੈ, ਇੱਧਰ ਪਹਿਲਾਂ ਤੇ ਹੋਣੀ ਹੈ ਟੋਟਲ ਇੰਟਰਨਲ ਰਿਫਲੈਕਸ਼ਨ। ਟੋਟਲ ਇੰਟਰਨਲ ਰਿਫਲੈਕਸ਼ਨ ਹੋਣ ਤੋਂ ਬਾਅਦ ਜਦੋਂ ਵੀ ਲਾਈਟ ਬਾਹਰ ਜਾਊਗੀ, at that particular time ਵਿਬਗਿਓਰ ਜਿਹੜਾ ਹੈ ਉਹ ਫਾਰਮ ਹੁੰਦਾ ਹੈ। that forms the rainbow, right? ਕੀ ਫਾਰਮ ਹੁੰਦਾ ਹੈ ਇੱਧਰ? ਵਿਬਗਿਓਰ, VIBGYOR, right? violet color, indigo color, blue color, green, yellow, orange and red. This is how ਵਿਬਗਿਓਰ is formed। ਠੀਕ ਹੈ, ਇਹੀ ਕਲਰਸ ਤੁਹਾਨੂੰ ਰੇਨਬੋ ਚ ਦੇਖਣ ਨੂੰ ਮਿਲਦੇ ਹੈ। ਸੋ ਇੱਕ ਕੀ ਫਿਨੋਮੀਨਾ ਹੈ? that is the phenomena of dispersion of light। this is known as dispersion of light। okay ਜੀ, clear? ਚਲੋ ਜੀ ਨੈਕਸਟ ਕੁਐਸਚਨ ਦੇਖੋ। ਹੁਣ ਇੱਧਰ ਤੁਹਾਨੂੰ ਇੱਕ ਕਨਸਟੇਲੇਸ਼ਨ ਬਾਰੇ ਪੁੱਛਿਆ ਗਿਆ ਹੈ। ਠੀਕ ਹੈ, 8th ਕਲਾਸ ਦਾ ਚੈਪਟਰ ਹੈ ਇਹ, ਇਨਵਾਇਰਨਮੈਂਟ ਤੋਂ ਰਿਲੇਟਡ। ਉੱਥੋਂ ਇੱਕ ਕੁਐਸਚਨ ਪੁੱਛਿਆ ਗਿਆ ਸੀ ਤੁਹਾਨੂੰ, ਕਨਸਟੇਲੇਸ਼ਨ ਵਿਚ ਨੋਨ ਐਜ਼ ਹੰਟਰ ਵਰਗੀ ਜਿਹੜੀ ਹੈ ਸਟਾਰਸ ਦਾ ਅਰੇਂਜਮੈਂਟ ਤੁਹਾਨੂੰ ਦੇਖਣ ਨੂੰ ਮਿਲੂਗਾ। उस कॉन्स्टिलेशन का नाम की है? सीरियस इज द नेम, ओरियन इज द नेम, या फिर कैसिपिनिया और नन ऑफ अबव। ठीक है, सो हंटर वर्गी जिहड़ी तुहाडी कॉन्स्टिलेशन हुंदी है ना, जिस च बेसिकली तुहानू इदां लगूगा कि एक मैन है वो एरो लेके खड़ा है, राइट? दैट इज नोन एज हंटर, ते ओहदे कोल एक जिहड़ी है शील्ड भी हैगी है। आई विल शो यू व्हाट इज दैट नोन एज, दैट इज नोन एज ओरियन। आपां इहनू ओरियन जिहड़ा है वो कहंदे आ। ठीक है, सो कुछ इस तरीके दी तुहानू एक हंटर शेप दी ओरियन कॉन्स्टिलेशन जिहड़ी है देखण नू मिलदी है। ओके जी, याद रखना है। दे ए डायग्राम तुहानू बुक च भी दिता होया है, 8th क्लास दी बुक खोल के देख लियो, उत्थे तुहानू ये मिलूगा। क्लियर? सो जे आपां होर कुछ गल्लां करनियां हन अबाउट द कॉन्स्टिलेशंस, सो कुछ एक बेटेल्यूग्लेस एंड रिगल इदां दी भी कॉन्स्टिलेशंस जिहड़ियां हन, स्टार्स दी फॉर्मेशन जिहड़ियां हन वो अवेलेबल हन। ठीक है, सीरीज जिहड़ा है बेसिकली एक स्टार सी जिहड़ा ऑप्शन च देता सी तुहानू, एंड कैसोपिनिया जिहड़ा है दैट इज रिलेटेड टू अ डब्ल्यू शेप्ड कॉन्स्टिलेशन। ओके, हंटर तो रिलेटेड नहीं है, डब्ल्यू शेप तो रिलेटेड है। नेक्स्ट क्वेश्चन देखो, एंडोक्राइन ग्लैंड तो क्वेश्चन पूछा है। एंडोक्राइन ग्लैंड्स आर आल्सो नोन एज, की कहोगे तुसी एंडोक्राइन ग्लैंड्स नु? की कहंदे हैं आपां? बेसिकली वी आर हैविंग टू टाइप ऑफ ग्लैंड्स, एक्सोक्राइन एंड एंडोक्राइन ग्लैंड्स। एंडोक्राइन ग्लैंड्स नु आपां कहंदे हन डक्टलेस ग्लैंड्स। की कहंदे हन? डक्टलेस ग्लैंड, क्योंकि ये इदां दे ग्लैंड्स हन जिन्हां कोल डक्ट नहीं है। सो डायरेक्टली हार्मोन कित्थे रिलीज हो रहे हन? दैट केमिकल हार्मोन्स आर डायरेक्टली रिलीज इनटू द ब्लड स्ट्रीम। ठीक है, ब्लड स्ट्रीम च डायरेक्टली जिहड़े हन वो रिलीज हो रहे हन। क्लियर? ओके, सो दिस विल बिकम योर राइट आंसर। चलो नेक्स्ट क्वेश्चन देखो। जर्नली मेटालिक ऑक्साइड्स आर, ठीक है, मैटालिक ऑक्साइड मैटल्स दे बने हुए ऑक्साइड्स ਨੂੰ ਤੁਸੀਂ ਕੀ ਕਹੋਗੇ? ਚਲੋ ਹੁਣ ਦੇਖੋ, ਮੰਨ ਲਓ ਤੁਸੀਂ ਤੁਹਾਡੇ ਕੋਲ ਇੱਕ ਮੈਟਲ ਸੀਗਾ, ਠੀਕ ਹੈ, ਤੁਸੀਂ ਉਸ ਮੈਟਲ ਨੂੰ ਐਸਿਡ ਨਾਲ ਰਿਐਕਟ ਕਰਾਇਆ। ਇਸ ਤਰੀਕੇ ਨਾਲ ਸਮਝੋ ਇਹਨੂੰ। ਤੁਸੀਂ ਕੀ ਕੀਤਾ? ਮੈਟਲ ਆ, ਤੁਹਾਨੂੰ ਨਹੀਂ ਪਤਾ ਇਹਦਾ ਨੇਚਰ ਬੇਸਿਕ ਹੈ ਕਿ ਐਸਿਡਿਕ ਹੈ ਕਿ ਨਿਊਟਰਲ ਆ, ਯੂ ਨੋ ਨਥਿੰਗ ਅਬਾਊਟ ਦਿਸ। ਤੁਸੀਂ ਇਸ ਮੈਟਲ ਨੂੰ ਕੀ ਕਰਾਇਆ? ਕਿਹਦੇ ਨਾਲ ਰਿਐਕਟ ਕਰਾਇਆ? ਯੂ ਰਿਐਕਟਡ ਇਟ ਵਿਦ ਅ ਐਸਿਡ। ਆਪਾਂ ਇੱਧਰ ਲਿਖ ਲੈਂਦੇ ਹਾਂ, ਇੱਧਰ ਸਮਝ ਲੈਂਦੇ ਹਾਂ ਇਹਨੂੰ। कोई मैटल सी, मैटल नूं तुसी एसिड दे नाल रिएक्ट कराया। जदों तुसी इनू एसिड नाल रिएक्ट कराया, एट दैट टाइम यू ऑब्जर्व्ड कि तुहाडे कोले इधर बन रहा एक सॉल्ट। ठीक है, एक की बन रहा है? सॉल्ट। सॉल्ट दे नाल इधर बन रहा है वाटर। क्लियर? ये ऑब्जर्वेशन है तुहाडी। हुण कुछ इदां दी इक्वेशन तुसी पिछले पेपर च खोल के देख लो, 2021 दे पेपर च आपां सॉल्व कीता सी। ठीक है, दैट वाज आल्सो रिलेटेड टू दीज पर्टिकुलर प्रोडक्ट्स, सॉल्ट और वाटर। सॉल्ट और वाटर कदों बनते हैं? जदों आपां एसिड नूं रिएक्ट करांदे आ किहदे नाल? बेस नाल। सो दैट इज एन एसिड। इधर की आ जाऊगा? बेस आ जाऊगा। इधर की आ जाऊगा? बेस आ जाऊगा। तो तुसी की कराया? जदों एसिड ते बेस नूं रिएक्ट कराया, उस टाइम सॉल्ट एंड वाटर वाज फॉर्म्ड। दिस इज योर ऑब्जर्वेशन। तो इस ऑब्जर्वेशन तो तुसी की कंक्लूड कर सकते हो कि मेटल की है? मेटल दा नेचर हुंदा है बेसिक। मेटल दा की नेचर हुंदा है? बेसिक नेचर जिहड़ा है मेटल दा रहूगा। सो विच ऑप्शन विल बी द राइट आंसर? बेसिक
in nature. Clear? So metals are basic in nature. चलो next question देखो हुन. Which of the following non-metal catches the fire if exposed to air? बहुत ही ਵਧੀਆ question ਪੁੱਛਿਆ ਸੀ ਇਹ. ਹੁਣ ਕੀ ਕਰਦੇ ਆ ਸਾਡੇ ਕੋਲੇ ਜਿੱਦਾਂ ਆਪਾਂ ਗੱਲ ਕਰੀਏ ਆਪਸ਼ਨ ਚ ਦਿੱਤਾ ਨਹੀਂ ਦਿੱਤਾ ਠੀਕ ਹੈ ਇੱਕ ਹੁੰਦਾ ਸੋਡੀਅਮ Na ਕੀ ਕਹਿੰਦੇ ਆਪਾਂ ਇਹਨੂੰ ਸੋਡੀਅਮ ਰਾਈਟ ਇਹ ਜਿਹੜਾ ਸੋਡੀਅਮ ਹੈ ਬੇਸਿਕਲੀ ਇਹਨੂੰ ਆਪਾਂ ਕਿਹਦੇ ਵਿੱਚ ਸਟੋਰ ਕਰਦੇ ਆ ਕੈਰੋਸਿਨ ਆਇਲ ਵਿੱਚ ਕੈਰੋਸਿਨ ਦੇ ਆਇਲ ਵਿੱਚ ਸਟੋਰ ਕਰਦੇ ਆ ਕਿਉਂਕਿ ਇਫ ਦਿਸ ਸੋਡੀਅਮ comes in contact with the water वाटर मान लो दैट मॉइस्चर कुड बी इन एयर हो सकता है हवा विच भी मॉइस्चर हो सकता है वाटर दे कॉन्टैक्ट डायरेक्टली जड़ा है सोडियम आ सकता है राइट सो की होगा एक्सोथर्मिक रिएक्शन विल टेक प्लेस एंड एदा नेचर जड़ा है वो इग्नाइट जड़ा है वो हो जाऊगा बर्निंग जड़ी है हो सकती क्लियर सो किहदे विच स्टोर कर रहे हैं आपां कैरोसिन हुण ऑप्शंस पढ़ो इन्ना ऑप्शंस चो तुसीं देखिया होना लैब च एक पर्टिकुलर कंपाउंड है साडा ठीक है कंपाउंड नहीं है एक एलिमेंट आ ओनू आपां की करते हैं वाटर विच स्टोर करते हैं वाटर क्यों द रीजन इज गिवन इन द क्वेश्चन इटसेल्फ कि ए catches the fire if it is exposed to the air okay so that will be phosphorus white phosphorus generally white color ਦਾ ਜਿਹੜਾ pure form of phosphorus है that catches the fire ठीक है जी तो किहदे विच स्टोर करांगे आपां इहनू वाटर दे विच स्टोर करके रखांगे टू प्रिवेंट कि ये किसी भी तरीके दी एक्सपोजिव हीटिंग नू जिहड़ा है वो इनिशिएट जिहड़ा है ना करे या इग्नाइट ना करे क्लियर नेक्स्ट क्वेश्चन देखो विच ऑफ द फॉलोइंग इज फॉल्स इनकरेक्ट स्टेटमेंट जिहड़ी तुसीं चूज करनी है फर्टिलाइजर्स तो रिलेटेड क्वेश्चन PYQs च भी आए हन ओके जी फर्टिलाइजर्स आर प्रिपेयर्ड इन द फैक्ट्रीज आपां इहनूं फैक्ट्रीज च बनांदे हन या फिर फर्टिलाइजर्स प्रोवाइड ह्यूमस टू द सॉइल या फिर फर्टिलाइजर्स आर इनऑर्गेनिक सॉल्ट्स और नन ऑफ अबव इज द राइट आंसर की रहूगा सही जवाब फर्टिलाइजर्स की हुंदे हन फर्टिलाइजर्स बेसिकली जी बिल्कुल इन्हां नूं फैक्ट्रीज च बनांदे आ आपां इनऑर्गेनिक सॉल्ट्स आ ठीक आ ते केमिकल कंपाउंड्स रहणगे नैचुरली बिल्कुल भी रिलेटेड नहीं आ क्लियर तो फर्टिलाइजर्स जिहड़े हन दैट प्रोवाइड ह्यूमस टू द सॉइल दिस स्टेटमेंट इज टोटली इनकरेक्ट स्टेटमेंट चूज करनी सी दिस विल बिकम योर राइट आंसर क्लियर ठीक है जी चलो नेक्स्ट क्वेश्चन देखो हुन टाइट्रेशन इनकॉर्पोरेट्स विच ऑफ द फॉलोइंग डोमेन ऑफ लर्निंग अगेन तुहाडा क्वेश्चन जिहड़ा है दैट कम्स अगेन फ्रॉम द टीचिंग ऑफ साइंस राइट टाइट्रेशन जिहड़ी है तुसीं टाइट्रेशन कर रहे हो उस टाइम जिहड़ा है किहड़े डोमेन ते फोकस कर रहे हो बेसिकली देखो टाइट्रेशन करते टाइम देयर आर मल्टीपल डोमेन्स जिहड़ी तुसीं की कर रहे हो असेस कर रहे हो कॉग्निटिव तुसीं थिंकिंग कर रहे हो उस टाइम राइट रीजन करने की कोशिश कर रहे हो कि चेंज जिहड़ा कलर च तुसीं ऑब्जर्व कर रहे हो ड्यूरिंग टाइट्रेशन वाई दिस इज अकरिंग नाले नाल तुसीं इफेक्टिव भी हो इफेक्टिव किस तरीके नाल हो तुसीं बहुत सारी चीज़ां नूं एक तरीके नाल तुसीं अरेंज करके उहनूं सांभण दी कोशिश कर रहे हो राइट नाले नाल साइकोमोटर मीनस तुसी अपने मोटर स्किल्स नू भी इन्वॉल्व कर रहे हो वाइल डूइंग द टाइट्रेशन कंटिन्यूअस मूवमेंट करना ओदी रीडिंग्स नू नोट करना एंड एवरीथिंग राइट सो ऑल ऑफ अबव आर योर डोमेन्स वाइल यू आर इन्वॉल्व इन डूइंग टाइट्रेशन ठीक है जी क्लियर नेक्स्ट क्वेश्चन देखो साइंटिफिक मैथड इज ऑल्सो नोन एज तुसी साइंटिफिक मैथड नू की कहंदे हो कि साइंटिफिक मैथड नू आपां प्रोजेक्ट मैथड कहंदे आ या फिर साइंटिफिक मैथड नू ह्यूरिस्टिक मैथड कहंदे आ या फिर प्रॉब्लम सॉल्विंग मैथड कहोगे और नन ऑफ अबव हुण जे तुसीं साइंटिफिक मैथड दी गल करिए आपां पहला साइंटिफिक मैथड नू समझदे आ साइंटिफिक मैथड च आपां बेसिकली सब तो पहला प्रॉब्लम नू आइडेंटिफाई करदे आ ठीक है दैट इज ऑल अबाउट ना साइंस तुसीं तुहाडे कोल कोई प्रॉब्लम सी तुसीं ओनू आइडेंटिफाई कीता फिर तुसी हाइपोथेसिस दिता कि इस प्रॉब्लम दा रीजन ए हो सकता है फिर तुसी उस हाइपोथेसिस ते काम करना शुरू किया एंड यू मूव टूवर्ड द एक्सपेरिमेंटेशन तुसी एक्सपेरिमेंट करके चीज़ों को एनालाइज किया आफ्टर दैट उस एक्सपेरिमेंट तो आने वाले रिजल्ट्स नूं तुसी कलैक्ट किया ऑब्जर्व किया एंड कुछ कंक्लूजन्स जिहड़े हन तुसी बनाए क्लियर सो दिस इज ऑल अबाउट योर साइंटिफिक लर्निंग की मैथड है ये सारा का सारा प्रॉब्लम सॉल्विंग मैथड है बेसिकली तुहाडे कोल कोई प्रॉब्लम सीगी उस प्रॉब्लम नूं तुसी सॉल्व किया है इधर राइट दैट इज नोन एज प्रॉब्लम सॉल्विंग मैथड
ओके नेक्स्ट क्वेश्चन देखो हुन विच ऑफ द फॉलोइंग मैथड इज बेस्ड अपॉन द प्रिंसिपल ऑफ लर्निंग बाय डूइंग ठीक है जी ਕਿਹੜਾ ਮੈਥਡ ਜਿਹੜਾ ਹੈ that is based upon learning by doing ਤੁਸੀਂ ਲਰਨ ਕਰ ਰਹੇ ਹੋ while you are doing something ਲੈਕਚਰ ਮੈਥਡ ਬਿਲਕੁਲ ਨਹੀਂ ਲੈਕਚਰ ਮੈਥਡ ਤੇ ਸਿਰਫ ਟੀਚਰ ਸੈਂਟਰਡ ਮੈਥਡ ਹੈ ਲੈਕਚਰ ਕਮ ਡੈਮੋਸਟ੍ਰੇਸ਼ਨ ਮੈਥਡ ਅਗੇਨ ਇਹ ਵੀ ਟੀਚਰ ਸੈਂਟਰਡ ਮੈਥਡ ਹੀ ਹੈ ਕਿਉਂ ਤੁਸੀਂ ਲੈਕਚਰ ਜਿਹੜਾ ਹੈ ਤੁਸੀਂ ਯੂ ਆਰ ਨਾਟ ਡੂਇੰਗ ਐਨੀਥਿੰਗ ਐਜ਼ ਅ ਸਟੂਡੈਂਟ ਰਾਈਟ ਟੀਚਰ ਹੀ ਤੁਹਾਨੂੰ ਸਮਝਾ ਰਿਹਾ ਹੈ ਟੀਚਰ ਹੀ ਡੈਮੋਸਟ੍ਰੇਟ ਕਰ ਰਿਹਾ ਹੈ प्रोजेक्ट मैथड जो टीचर ने तुहानू कोई प्रोजेक्ट देता बनाने लई यू आर एक्टिवली लर्निंग एट दैट टाइम ना राइट सो सी ऑप्शन जिहड़ी है दैट विल बिकम योर राइट आंसर क्लियर किने दिता सी ये मैथड विलियम किलपैट्रिक ने ये मैथड जिहड़ा है तुहानू सब तो पहला दिता सी क्लियर चलो नेक्स्ट क्वेश्चन देखो हुण रेड डाटा बुक तो क्वेश्चन पूछा गया है रेड डाटा बुक दा क्वेश्चन तुहानू 2024 दे पेपर च मिल जूगा 2024 दे पेपर च मिल जूगा ठीक है जी रेड डाटा बुक कंटेन्स रिकॉर्ड ऑफ एंडेंजर्ड स्पीशीज प्लांट स्पीशीज एनिमल स्पीशीज या फिर ऑल ऑफ अबव हुण तुसीं जल्दी जल्दी च की टिक कर दोगे कि रेड डाटा बुक है यस इहदे च आपां सारे ਜਿਹੜੇ एंडेंजर्ड स्पीशीज ਹੁੰਦੀਆਂ ਹਨ ਉਹਦੀ ਕੀ ਰੱਖਦੇ ਹਨ ਇਨਫੋਰਮੇਸ਼ਨ ਰੱਖਦੇ ਹਨ ਬਿਲਕੁਲ ਰੱਖਦੇ ਹਨ एंडेंजर्ड स्पीशीज ਦੀ ਹੀ ਫਾਰਮੇਸ਼ਨ ਇੱਧਰ ਰੱਖਦੇ ਹਨ ਬਟ एंडेंजर्ड स्पीशीज ਦੀ ਪਲਾਂਟ ਕੀ ਪਲਾਂਟ ਦੇ ਕਿਹੜੇ एंडेंजर्ड स्पीशीज ਸਾਡੇ ਕੋਲ ਹਨ and similarly animals all of above will be your right answer here ठीक है जी जल्दबाजी नहीं करनी चारों ऑप्शंस पढ़ के फिर ही जवाब देना है this will be your right answer चलो अगला क्वेश्चन देखो to move a loaded trolley we have to हुण मान लो तुहाडे कोल एक loaded trolley आ ठीक है उस ट्रॉली नू तुसी की करना है मूव करना है loaded trolley आ समान पिया है एंड इस ट्रॉली ਨੂੰ ਤੁਸੀਂ ਕੀ ਕਰਨਾ ਹੈ मूव करना है what you will be doing ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰੋਗੇ ਇੱਧਰ ਫੋਰਸ ਅਪਲਾਈ ਕਰੋਗੇ ਰਾਈਟ while you will applying the force ਆਪਾਂ ਕੀ ਕਰਦੇ ਹਾਂ ਜਦੋਂ ਵੀ ਇਹ ਫੋਰਸ ਅਪਲਾਈ ਕਰਦੇ ਹਾਂ ਉਹਨੂੰ we break it into the components ਹੈ ਨਾ ਅਲੱਗ-ਅਲੱਗ ਕੰਪੋਨੈਂਟਸ ਜਿਹੜਾ ਹੈ ਇਹਨੂੰ ਬ੍ਰੇਕ ਕਰਦੇ ਹਾਂ ਰਾਈਟ ਸੋ ਇਹ ਡਾਇਰੈਕਸ਼ਨ 'ਚ ਤੁਸੀਂ ਕੀ ਕਰ ਰਹੇ ਹੋ ਫੋਰਸ ਜਿਹੜੀ ਹੈ ਅਪਲਾਈ ਕਰ ਰਹੇ ਹੋ ਫੋਰਸ ਅਪਲਾਈ ਜਿਹੜੀ ਤੁਸੀਂ ਕਰ ਰਹੇ ਹੋ ਸਕਦਾ ਹੈ ਉਹ ਇੱਕ ਪੁਸ਼ਿੰਗ ਫੋਰਸ ਹੋਏ या फिर हो सकता है तुसी की कर रहे हो पुलिंग फोर्स अप्लाई कर रहे हो तुसी खिंच रहे हो ट्रॉली नू जे तुसी पुलिंग फोर्स अप्लाई कर रहे हो तो इदां दे कंपोनेंट्स जिहड़े हन वो बन जाणगे फोर्स ते राइट सो बेसिकली ऑल ऑफ अबव विल बी द राइट आंसर अगेन क्योंकि तुसी फोर्स भी अप्लाई कीती वो पुश भी हो सकती है ते वो पुलिंग फोर्स भी हो सकती है क्लियर कुछ इदां दा ही कंसेप्ट आपां ना रोलिंग दा भी पढ़दे हां रोलिंग दा हुण इधर ते नहीं करांगे डिस्कस बट रोलिंग ਦਾ ਕਨਸੈਪਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਤੁਸੀਂ ਰੋਲਿੰਗ ਕਰਨੀ ਹੈ ਜਿੱਦਾਂ ਆਪਾਂ ਕ੍ਰਿਕਟ ਦੇਖਦੇ ਹਾਂ ਜਦੋਂ ਵੀ ਉਧਰ ਜਿਹੜਾ ਮੈਟ ਹੈ ਕ੍ਰਿਕਟ ਮੈਟ ਉਹਨੂੰ ਆਪਾਂ ਕੀ ਕਰਦੇ ਹਾਂ ਫਿਰ ਤੋਂ ਟੈਕਸਚਰ ਉਹਦਾ ਠੀਕ ਕਰਦੇ ਹਾਂ ਉਸ ਟਾਈਮ ਰੋਲਰ ਆਂਦਾ ਹੈ ਉਸ ਰੋਲਰ ਨੂੰ ਪੁਸ਼ ਕੀਤਾ ਜਾਂਦਾ ਹੈ ਜਾਂ ਪੁੱਲ ਕੀਤਾ ਜਾਂਦਾ ਹੈ ਕਦੀ ਆਬਜ਼ਰਵ ਕਰਿਆ ਹੋਣਾ ਤੁਸੀਂ ਤੇ ਉਹਦੇ ਅਕੋਰਡਿੰਗ ਹੀ ਰੋਲਿੰਗ ਦਾ ਕਨਸੈਪਟ ਜਿਹੜਾ ਹੈ ਆਪਾਂ ਇੱਥੇ ਐਕਸਪਲੇਨ ਕਰਦੇ ਹਾਂ ਠੀਕ ਹੈ that why it is easy to push or pull the roller clear ਚਲੋ ਇੱਥੇ ਤੇ ਨਹੀਂ ਕਰਾਂਗੇ ਡਿਸਕਸ that is a different concept somewhere it is related next question देखो arrange the following in the increasing order of friction same to same question ਤੁਹਾਨੂੰ 2024 ਚ ਦੇਖਣ ਨੂੰ ਮਿਲੂਗਾ 2024 ਦਾ ਪੇਪਰ ਚੱਕ ਕੇ ਦੇਖ ਲਿਓ ਸੇਮ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੂਗਾ ਕਲੀਅਰ ਆਪਾਂ ਕੀ ਕਰਨਾ ਹੈ ਫ੍ਰਿਕਸ਼ਨ ਦੇ ਫੋਰਸਸ ਦੇ ਅਕੋਰਡਿੰਗ ਇਹਨੂੰ ਅਰੇਂਜ ਕਰਨਾ ਹੈ ਨਾਓ I will explain to you rolling, static and sliding friction ਇਹ ਆਪਸ਼ਨਸ ਤੁਹਾਨੂੰ ਦਿੱਤੀਆਂ ਹੋਈਆਂ ਰਾਈਟ ਆਪਾਂ ਇੱਥੇ ਫਟਾਫਟ ਕਨਸੈਪਟ ਨੂੰ ਸਮਝਦੇ ਹਾਂ कि बेसिकली की हुंदा है when you are having an object मान लो तुहाडे कोल कोई ऑब्जेक्ट पिया है राइट you want this object to move तुसी फोर्स अप्लाई कीती उस टाइम कोई ना कोई opposing force ਜਿਹੜੀ है इस बॉक्स ਤੇ ਲੱਗ ਰਹੀ है that opposing force is known as friction ਉਹਨੂੰ ਆਪਾਂ ਕੀ ਕਹਿੰਦੇ ਆ friction ਕਹਿੰਦੇ ਆ ਹੁਣ ਜਦੋਂ ਤੁਸੀਂ ਫੋਰਸ ਅਪਲਾਈ ਕਰ ਰਹੇ ਹੋ ਬਟ ਉਸ ਟਾਈਮ ਜਿਹੜਾ ਆਬਜੈਕਟ ਹੈ ਮੂਵ ਨਹੀਂ ਕਰ ਰਿਹਾ राइट उस टाइम ਜਿਹੜੀ opposing force है that is known as static friction ਆਪਾਂ ਉਹਨੂੰ ਕੀ ਕਵਾਂਗੇ static friction I am writing friction with this ਠੀਕ ਹੈ clear ਹੁਣ what will happen ਤੁਸੀਂ ਹੋਰ ਥੋੜੀ ਜ਼ਿਆਦਾ ਫੋਰਸ ਅਪਲਾਈ ਕੀਤੀ ਤੁਸੀਂ ਫੋਰਸ ਹੋਰ ਜ਼ਿਆਦਾ ਵਧਾਤੀ ਉਸ ਟਾਈਮ ਬਾਕਸ ਨੇ ਕੀ ਕੀਤਾ ਮੂਵ ਕਰਨਾ ਸ਼ੁਰੂ ਕਰਤਾ ਜਦੋਂ ਬਾਕਸ ਨੇ ਮੂਵ ਕਰਨਾ ਸ਼ੁਰੂ ਕਰਤਾ on increasing the force at that time ਜਿਹੜੀ friction ਹੈ that will be known as sliding friction
स्लाइडिंग फ्रिक्शन, ਉਹਨੂੰ ਕੀ ਕਵਾਂਗੇ ਆਪਾਂ स्लाइडिंग फ्रिक्शन ਕਵਾਂਗੇ, ठीक है। ਤੇ सिमिलरली इफ वी आर नॉट हैविंग दिस बॉक्स ਦੀ ਬਜਾਏ ਸਾਡੇ ਕੋਲ ਇੱਧਰ ਇੱਕ ਰੋਲਿੰਗ ਆਬਜੈਕਟ ਹੈ, ਰੋਲਿੰਗ ਆਬਜੈਕਟ ਹੈ ਯਾਨੀ ਕਿ ਤੁਸੀਂ ਦੇਖੋ ਸਰਫੇਸ ਨਾਲ ਪੁਆਇੰਟ ਆਫ ਕੰਟੈਕਟ ਕਿੰਨਾ ਘੱਟ ਹੈ, ਰਾਈਟ। ਇੱਧਰ ਪੁਆਇੰਟ ਆਫ ਕੰਟੈਕਟ ਮੈਟਰ ਕਰਦਾ ਹੈ, ਪੁਆਇੰਟ ਆਫ ਕੰਟੈਕਟ ਬੇਸਿਕਲੀ ਕੀ ਹੋ ਗਿਆ, ਇੱਧਰ ਡਿਕਰੀਜ਼ ਹੋ ਗਿਆ। ਹੁਣ if point of contact is decreased so that means rolling friction ਸਭ ਤੋਂ ਘੱਟ ਰਹਿਣ ਵਾਲੀ ਹੈ, ਕਿਉਂਕਿ ਕਿਤੇ ਨਾ ਕਿਤੇ ਸਰਫੇਸ ਏਰੀਆ ਵੀ ਮੈਟਰ ਕਰਦਾ ਹੈ, ਰਾਈਟ। तो rolling object ਲਈ rolling friction will come and rolling friction is the minimum, ਸਭ ਤੋਂ ਘੱਟ ਜਿਹੜੀ ਹੈ ਰਹੂਗੀ। ਤੇ ਸਭ ਤੋਂ ਜ਼ਿਆਦਾ ਫੋਰਸ ਕਿੰਨੇ ਨੇ ਅਪਲਾਈ ਕੀਤੀ, ਸਟੈਟਿਕ ਨੇ, ਰਾਈਟ। ਸਟੈਟਿਕ ਤੋਂ ਬਾਅਦ ਕੀ ਆਊਗਾ, ਸਲਾਈਡਿੰਗ ਫ੍ਰਿਕਸ਼ਨ, ਤੇ ਸਭ ਤੋਂ ਘੱਟ that is rolling friction, clear। ਸਾਰਾ ਦਾ ਸਾਰਾ ਫ੍ਰਿਕਸ਼ਨ ਦਾ ਕਨਸੈਪਟ ਜਿਹੜਾ ਹੈ ਤੁਹਾਨੂੰ ਮੈਂ ਇੱਥੇ ਐਕਸਪਲੇਨ ਕਰਤਾ ਹੈ। ਸੋ ਦਿਸ ਵਿਲ ਬੀ योर ਰਾਈਟ ਆਨਸਰ, ਆਪਸ਼ਨ ਬੀ ਚ ਰੋਲਿੰਗ ਸਭ ਤੋਂ ਘੱਟ, ਉਸ ਤੋਂ ਬਾਅਦ ਸਟੈਟਿਕ ਐਂਡ ਸਭ ਤੋਂ ਜ਼ਿਆਦਾ ਜਿਹੜਾ ਹੈ ਤੁਹਾਡਾ ਰਹੂਗਾ ਸਲਾਈਡਿੰਗ ਐਂਡ ਦੈਨ ਸਟੈਟਿਕ, ਕਲੀਅਰ। ਚਲੋ ਨੈਕਸਟ ਕੁਐਸਚਨ ਦੇਖੋ, ਅਰੇਂਜ ਦ ਆਡੀਬਲ ਫ੍ਰੀਕੁਐਂਸੀਜ਼ ਆਫ ਦ ਹਿਊਮਨ। ਓਕੇ, ਅਰੇਂਜ ਨਹੀਂ, ਰੇਂਜ। ਤੁਸੀਂ ਰੇਂਜ ਦੱਸਣੀ ਹੈ ਕਿ ਹਿਊਮਨ ਲਈ ਆਡੀਬਲ ਫ੍ਰੀਕੁਐਂਸੀ ਦੀ ਕੀ ਰੇਂਜ ਜਿਹੜੀ ਹੈ ਉਹ ਰਹੂਗੀ, ਕਿੰਨੀ ਫ੍ਰੀਕੁਐਂਸੀ ਹਿਊਮਨਸ ਜਿਹੜੇ ਹਨ ਉਹ ਸੁਣ ਸਕਦੇ ਹਨ, that is 20 to 20,000 ਹਰਟਜ਼, ਠੀਕ ਹੈ, ਜਾਂ ਫਿਰ 50 to 50,000, 10 to 10,000 ਔਰ none of above। ਤੇ ਕਿੰਨੀ ਰਹੂਗੀ ਰੇਂਜ, that will be 20 to 20,000। ਕੁਛ ਇਦਾਂ ਦੇ ਹੀ ਸਾਊਂਡ ਚੈਪਟਰ ਤੋਂ ਤੁਹਾਨੂੰ ਕੁਐਸਚਨ ਪੁੱਛਿਆ ਗਿਆ ਸੀ 2021 ਚ, 2021 ਦੇ ਪੇਪਰ 'ਚ ਵੀ ਕੁਐਸਚਨ ਪੁੱਛਿਆ ਗਿਆ ਸੀ, ਉਧਰ ਤੁਹਾਨੂੰ ਯੂਨਿਟਸ ਪੁੱਛੇ ਗਏ ਸੀ, ਤੇ ਤੁਸੀਂ ਆਨਸਰ ਕਰਨਾ ਵਾਟ ਆਰ ਦ ਯੂਨਿਟਸ ਆਫ ਸਾਊਂਡ, ਸਾਊਂਡ ਨੂੰ ਮੇਜ਼ਰ ਕਰਨ ਦੇ ਯੂਨਿਟਸ ਕੀ ਹੁੰਦੇ ਹਨ। ਥੀਸ ਆਰ ਦ ਯੂਨਿਟ ਆਫ ਫ੍ਰੀਕੁਐਂਸੀ, ਤੁਸੀਂ ਸਾਊਂਡ ਦੇ ਯੂਨਿਟਸ ਜਿਹੜੇ ਹਨ ਤੁਸੀਂ ਮੈਨੂੰ ਦੱਸਣੇ ਹਨ, ਠੀਕ ਹੈ। ਸੋ 20 to 20,000 ਹਰਟਜ਼ that will be your right answer। ਨੈਕਸਟ ਕੁਐਸਚਨ ਦੇਖੋ ਹੁਣ, plating is done on the car parts, bath taps and wheel rims। किस चीज ਦੀ plating ਆਪਾਂ basically ਕਰਦੇ ਹਾਂ, ਕਾਰ ਦੇ parts ਚ, bath taps ਚ and wheel ਦੇ rims ਚ, ਤਾਂ ਕਿ ਉਧਰ corrosion ਜਿਹੜੀ ਹੈ ਉਹ ਨਾ ਹੋ। what is corrosion? corrosion ਕੀ ਹੁੰਦਾ ਹੈ, basically ਜਿਹੜਾ ਸਾਡਾ metal ਹੈ ਉਹ ਕੀ ਹੋ ਰਿਹਾ, erode ਹੋ ਰਿਹਾ ਹੈ ਨਾ, that is known as corrosion। तो corrosion ਨੂੰ ਪ੍ਰੋਟੈਕਟ ਕਰਨ ਲਈ ਕਿਹਦੀ ਪਲੇਟਿੰਗ ਕਰੋਗੇ ਤੁਸੀਂ, ਸਭ ਤੋਂ ਵਧੀਆ ਐਲੀਮੈਂਟ ਤੁਹਾਡੇ ਕੋਲ ਰਹੂਗਾ ਇੱਧਰ, that is chromium। chromium ਦੀ ਪਲੇਟਿੰਗ ਕਰ ਦੋ, ਤਾਂ chromium ਜਿਹੜਾ ਹੈ ਕਿਤੇ ਨਾ ਕਿਤੇ ਪ੍ਰੋਟੈਕਟ ਕਰਕੇ ਰੱਖਦਾ ਹੈ ਤੁਹਾਡੇ ਸਾਰੇ ਦੇ ਸਾਰੇ ਐਲੀਮੈਂਟਸ ਨੂੰ from the corrosion, clear। ਜੇ ਤੁਸੀਂ tin ਤੇ ਐਲੂਮੀਨੀਅਮ ਨੂੰ ਯੂਜ਼ ਕਰੋਗੇ that is not so resistant, ਉਹਦੀ corrosion ਜਿਹੜੀ ਹੈ obviously ਹੋ ਜਾਊਗੀ ਬਹੁਤ ਹੀ ਜਲਦੀ after some time, ਲੇਕਿਨ ਪਰ ਤੁਹਾਡੇ ਕੋਲ ਜਿਹੜੀ ਕ੍ਰੋਮੀਅਮ ਹੈ that is very effective and it is widely used, clear। next ਦੇਖੋ, it is possible to predict when where earthquake may come, earthquake, tsunami, lightning, ਇਹ ਸਾਰੇ phenomena situation ਜਿਹੜੇ ਹਨ that is seen in 2021 paper and 2024 paper also, ਠੀਕ ਹੈ। 23 ਵਾਲੇ ਚ ਵੀ I feel same question PYQ ਦਾ ਰਿਪੀਟ ਹੋਇਆ ਸੀ, earthquake ਤੋਂ ਹੀ related। ਇੱਧਰ ਦੇਖੋ ਕੁਐਸਚਨ ਕੀ ਹੈ, ਇੱਥੇ ਤੁਹਾਨੂੰ ਪੁੱਛ ਰਿਹਾ ਹੈ that ਤੁਸੀਂ ਅਰਥਕੁਇਕ ਨੂੰ ਪਹਿਲਾਂ ਪ੍ਰਿਡਿਕਟ ਕਰ ਸਕਦੇ ਹੋ, ਜਿੱਦਾਂ ਆਪਾਂ ਵੈਦਰ ਦੀ ਫੋਰਕਾਸਟਿੰਗ ਕਰਦੇ ਹਾਂ, is it possible to predict earthquake। ਹੁਣ ਅਰਥਕੁਇਕ ਦਾ ਕਨਸੈਪਟ ਕੀ ਹੈ, ਇੱਥੇ ਟੈਕਟੋਨਿਕ ਪਲੇਟਸ ਦੀ ਮੂਵਮੈਂਟ ਹੋਣੀ ਹੈ, ਤੇ ਟੈਕਟੋਨਿਕ ਪਲੇਟਸ ਦੀ ਮੂਵਮੈਂਟ ਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਜਿਹੜਾ ਹੈ ਅਸੈਸ ਨਹੀਂ ਕਰ ਸਕਦੇ, ਰਾਈਟ। ਸੋ ਵੀ ਕੈਨੋਟ ਚਾਹ ਕੇ ਵੀ ਆਪਾਂ ਅਰਥਕੁਇਕ ਨੂੰ ਪ੍ਰਿਡਿਕਟ ਨਹੀਂ ਕਰ ਸਕਦੇ, ਇਟ ਇਜ਼ ਨਾਟ ਪੋਸੀਬਲ ਫॉर ਅਸ। Next question देखो, the first mammal to be cloned was, this question is from the biotech part। हालांकि 10th class तक ਜਿਹੜਾ ਕਿ ਤੁਹਾਡਾ ਜਨਰਲ ਸਾਇੰਸ ਦਾ ਸਾਰਾ ਸਿਲੇਬਸ ਹੈ, biotech is not there, right। तो एक question ਬਹੁਤ ਹੀ ਵਧੀਆ ਸੀ, ਦੇਖੋ ਕੀ ਕੋਈ question ਪੁੱਛਿਆ, ਮੈਮਲ ਦੀ ਗੱਲ ਹੋ ਰਹੀ ਹੈ, ਓਕੇ। ਕਿਹੜਾ ਮੈਮਲ ਜਿਹੜਾ ਹੈ ਉਹ ਫਸਟ ਟਾਈਮ ਜਿਹੜਾ ਹੈ ਕਲੋਨ ਕੀਤਾ ਗਿਆ ਸੀ, ਨਿਊਜ਼ 'ਚ ਵੀ ਆਇਆ ਸੀ, ਬਹੁਤ ਫੇਮਸ ਆ, ਡੋਲੀ ਸ਼ੀਪ। ਡੋਲੀ ਸ਼ੀਪ ਜਿਹੜਾ ਹੈ ਤੁਹਾਡਾ ਰਾਈਟ ਆਨਸਰ ਰਹੂਗਾ। ਇਸ ਐਨੀਮਲ ਨੂੰ ਆਪਾਂ ਫਸਟ ਟਾਈਮ ਕਲੋਨ ਕੀਤਾ ਸੀ, ਬੇਸਿਕਲੀ ਸ਼ੀਪ ਨੂੰ ਕਲੋਨ ਕੀਤਾ ਸੀ, ਤਾਂ ਉਹਦਾ ਨਾਮ ਆਪਾਂ ਕੀ ਰੱਖਿਆ, ਡੋਲੀ, ਕਲੀਅਰ। ਕਿਸ ਤਰੀਕੇ ਨਾਲ ਕਲੋਨ ਕੀਤਾ ਸੀ, we have taken the nucleus, ਆਪਾਂ ਨਿਊਕਲੀਅਸ ਲਿੱਤਾ, ਕਿਹਦਾ ਨਿਊਕਲੀਅਸ ਲਿੱਤਾ ਆਪਾਂ, ਨਿਊਕਲੀਅਸ ਲਿੱਤਾ ਕਿਸੇ ਵੀ ਸੋਮੈਟਿਕ ਸੈੱਲ ਦਾ। 2n ਕਿਉਂ ਲਿਖਿਆ ਮੈਂ ਇੱਧਰ, ਸੋਮੈਟਿਕ ਸੈੱਲ ਦਾ ਮਤਲਬ ਕੀ ਹੈ, ਡਿਪਲੋਇਡ ਸੈੱਲ, ਤਾਂ ਡਿਪਲੋਇਡ ਸੈੱਲ that means 2n,
ठीक है। ਆਪਾਂ ਇੱਥੇ ਕੀ ਲਿਆ, सोमैटिक सेल लिया, सोमैटिक सेल। इस सोमैटिक सेल ਦੇ ਨਿਊਕਲੀਅਸ ਨੂੰ ਆਪਾਂ ਮਿਕਸ ਕੀਤਾ ਜਾਂ ਫਿਰ we have inserted this, ਆਪਾਂ ਇਹਨੂੰ insert ਕਰਤਾ in the egg, ਤੇ ਉਸ ਐਗ ਦਾ ਨਿਊਕਲੀਅਸ ਆਪਾਂ ਰਿਮੂਵ ਕਰਤਾ ਸੀ। ਬੇਸਿਕਲੀ ਐਗ ਦੇ ਸਾਈਟੋਪਲਾਜ਼ਮ, ਐਗ ਦੇ ਸਾਈਟੋਪਲਾਜ਼ਮ ਚ, ਠੀਕ ਹੈ, ਐਗ ਦੇ ਸਾਈਟੋਪਲਾਜ਼ਮ ਚ ਆਪਾਂ ਇਸ ਨਿਊਕਲੀਅਸ ਨੂੰ ਇਨਸਰਟ ਕਰਤਾ। ਹੁਣ ਸਾਡੇ ਕੋਲ ਇੱਕ ਸੈੱਲ ਬਣ ਗਿਆ, ਐਗ ਦਾ ਸਾਈਟੋਪਲਾਜ਼ਮ ਹੈ ਜਿਹਦੇ ਚ, ਹੈ ਨਾ, ਐਂਡ 2n ਯਾਨੀ ਕਿ ਜਿਹੜਾ ਨਿਊਕਲੀਅਸ ਪਿਆ ਹੈ that is 2n, ਤੇ ਬੇਸਿਕਲੀ ਇੱਕ ਜ਼ਾਇਗੋਟ ਜਿਹੜਾ ਹੈ ਤੁਹਾਡੇ ਕੋਲ ਬਣ ਕੇ ਅਰੇਂਜ ਹੋ ਗਿਆ। ਕਲੀਅਰ। ਫਿਰ ਇਸ ਜ਼ਾਇਗੋਟ ਦੀ ਡਿਵੈਲਪਮੈਂਟ ਕੀਤੀ ਗਈ ਐਂਡ ਇਸ ਜ਼ਾਇਗੋਟ ਤੋਂ ਹੀ ਸ਼ੀਪ ਦੀ ਫਾਰਮੇਸ਼ਨ ਜਿਹੜੀ ਹੈ ਉਹ ਹੋਈ। ਸੋ that is the first mammal which we have cloned here, and ਇਹ ਸਾਰਾ ਪ੍ਰੋਸੈਸ ਦਾ ਤੁਹਾਡਾ ਜਿਹੜਾ ਹੈ ਕਲੋਨਿੰਗ ਦਾ ਰਹੂਗਾ। ਕਲੀਅਰ। ਸੋ ਪ੍ਰੋਸੈਸ ਇੱਥੇ ਐਕਸਪਲੇਨ ਕੀਤਾ ਹੋਇਆ ਹੈ, ਸੋਮੈਟਿਕ ਸੈਲ ਨਿਊਕਲੀਅਸ ਟ੍ਰਾਂਸਫਰ, ਆਪਾਂ ਇਹਨੂੰ ਕੀ ਕਹਿੰਦੇ ਆ, ਸੋਮੈਟਿਕ ਸੈਲ ਨਿਊਕਲੀਅਰ ਟ੍ਰਾਂਸਫਰ, ਠੀਕ ਹੈ ਜੀ, ਸੋਮੈਟਿਕ ਸੈਲ ਨਿਊਕਲੀਅਰ ਟ੍ਰਾਂਸਫਰ। ਨੈਕਸਟ ਕੁਐਸਚਨ ਦੇਖੋ, ਟਿਕ ਕਰਨੀ ਹੈ ਤੁਸੀਂ ਸੀਕੁਐਂਸ, ਕਿਸ ਚੀਜ਼ ਦੀ ਸੀਕੁਐਂਸ ਦਿੱਤੀ ਹੈ, ਹਾਂਜੀ, ਰॉ ਵੂਲ ਤੋਂ ਆਪਾਂ ਕਿਸ ਤਰੀਕੇ ਨਾਲ ਥ੍ਰੈਡ ਦੀ ਫਾਰਮੇਸ਼ਨ ਕਰਦੇ ਹਾਂ, ਬੇਸਿਕਲੀ ਵੂਲ ਦੀ ਫਾਰਮੇਸ਼ਨ ਕਰਦੇ ਹਾਂ, ਵੂਲ ਯਰਨਿੰਗ ਦੀ ਫਾਰਮੇਸ਼ਨ ਕਰਦੇ ਹਾਂ, ਉਹਦੀ ਸੀਕੁਐਂਸ ਜਿਹੜੀ ਹੈ ਤੁਹਾਨੂੰ ਇੱਥੇ ਦਿੱਤੀ ਹੋਈ ਆ। ਓਕੇ, ਯੂ ਹੈਵ ਟੂ ਚੂਜ਼ ਦ ਕਰੈਕਟ ਸੀਕੁਐਂਸ। ਕੀ ਰਹੂਗੀ ਕਰੈਕਟ ਸੀਕੁਐਂਸ, ਸ਼ੇਅਰਿੰਗ, ਸਕੋਰਿੰਗ, ਸੌਰਟਿੰਗ, ਬਰਨਿੰਗ, ਡਾਈਂਗ, ਓਕੇ, ਐਂਡ ਰੋਲਿੰਗ। ਮੈਨੂੰ ਲੱਗਦਾ ਇਹੀ ਸਹੀ ਆਪਸ਼ਨ ਹੈ, ਰਾਈਟ। ਸਕੋਰਿੰਗ ਪਹਿਲਾਂ ਨਹੀਂ ਆਊਗੀ ਇੱਧਰ, ਸ਼ੇਅਰਿੰਗ ਵੀ ਓਕੇ, ਬਰਨਿੰਗ ਨਹੀਂ, ਬਰਨਿੰਗ ਗਲਤ ਹੋ ਗਿਆ ਨਾ ਇੱਧਰ, ਰਾਈਟ, ਨਨ ਆਫ ਅਬਵ। ਸੋ A ਇਜ਼ ਦ ਰਾਈਟ ਆਂਸਰ ਹੇਅਰ, ਇਹ ਜਿਹੜਾ ਹੈ ਤੁਹਾਡਾ ਸਹੀ ਜਵਾਬ ਰਹੂਗਾ। ਦੇਖੋ ਹੁਣ ਕੀ ਕੀ ਸਟੈਪਸ ਹੁੰਦੇ ਹਨ, ਇੱਕ ਇੱਕ ਕਰਕੇ ਸਟੈਪ ਸਮਝੋ ਇਹਨਾਂ ਦੇ। ਜੇ ਆਪਾਂ ਸ਼ੇਅਰਿੰਗ ਦੀ ਗੱਲ ਕਰੀਏ, ਦੈਟ ਮੀਨਸ ਆਪਾਂ ਰਿਮੂਵ ਕਰਨਾ ਹੈ ਫਲੀ ਨੂੰ, ਯਾਨੀ ਕਿ ਜਿਹੜਾ ਵੂਲ ਹੈ ਸ਼ੀਪ ਤੋਂ ਆਪਾਂ ਉਹਨੂੰ ਰਿਮੂਵ ਕਰਨਾ ਹੈ। ਸਕੋਰਿੰਗ ਇੱਕ ਇਦਾਂ ਦਾ ਸਟੈਪ ਹੈ ਜਿਹਦੇ ਚ ਆਪਾਂ ਡਰਟ ਵਗੈਰਾ ਰਿਮੂਵ ਕਰਦੇ ਹਾਂ, ਜੋ ਵੀ ਕੰਪਾਊਂਡਸ ਉਹਦੇ ਵਿੱਚ ਹਨ, ਜਿੱਦਾਂ ਕਿ ਲੈਨੋਲਿਨ ਕੰਪਾਊਂਡਸ ਇੰਪਿਓਰਿਟੀਜ਼ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਰਾਈਟ। ਵੂਲ ਦੀ ਸਕਿਨ ਤੋਂ ਇਹ ਕੰਪਾਊਂਡ ਆਂਦਾ ਹੈ ਬੇਸਿਕਲੀ। ਸੋ ਆਪਾਂ ਵਾਸ਼ ਕਰਕੇ ਉਹਨੂੰ ਕੀ ਕਰਦੇ ਹਾਂ, ਰਿਮੂਵ ਕਰਦੇ ਹਾਂ। ਉਸ ਤੋਂ ਬਾਅਦ ਆਪਾਂ ਇਹਨੂੰ ਸੌਰਟ ਕਰਦੇ ਹਾਂ, ਵੂਲ ਨੂੰ ਸੈਪਰੇਟ ਕਰਦੇ ਹਾਂ ਫਰੋਮ ਸਮ ਅਦਰ ਫਾਈਬਰਸ, ਤਾਂ ਕਿ ਉਹਦੀ ਜਿਹੜਾ ਟੈਕਸਚਰ ਹੈ, ਕੁਆਲਿਟੀ ਹੈ, ਉਹ ਹੋਰ ਜ਼ਿਆਦਾ ਇਨਕਰੀਜ਼ ਹੋ ਜਾਏ। then there comes the boring, boring ਦਾ ਮਤਲਬ removal of some seeds, thorns, ਕੁਝ ਵੀ ਜਿਹੜਾ ਕਿ ਤੁਹਾਡੇ ਵੂਲ ਦੇ ਵਿੱਚ ਫਸਿਆ ਹੋਇਆ ਹੈ, ਉਹਨੂੰ ਆਪਾਂ ਕੀ ਕਰਾਂਗੇ, ਰਿਮੂਵ ਕਰਾਂਗੇ। ਕੈਮੀਕਲੀ ਵੀ ਇਹਨੂੰ ਰਿਮੂਵ ਜਿਹੜਾ ਹੈ ਇੱਥੇ ਕੀਤਾ ਜਾਂਦਾ ਹੈ। ਓਕੇ, then comes the dyeing, dyeing ਯਾਨੀ ਕਿ ਵੂਲ ਨੂੰ ਅਲੱਗ-ਅਲੱਗ ਕਲਰਸ ਜਿਹੜਾ ਹੈ ਉਹ ਦੇਣਾ, and after that rolling, roll ਕਰਨਾ, ਪੈਕ ਕਰਨਾ, ਫਾਈਬਰਸ ਨੂੰ ਰੋਲ ਬਣਾਉਣਾ ਉਹਨਾਂ ਦੇ, ਰਾਈਟ। ਸੋ ਦਿਸ ਵਿਲ ਬੀ ਦ ਰਾਈਟ ਸੀਕੁਐਂਸ, ਠੀਕ ਹੈ। ਇਹ ਤੁਹਾਡਾ ਬਿਲਕੁਲ ਸਹੀ ਸੀਕੁਐਂਸ ਜਿਹੜਾ ਆਪਸ਼ਨ A ਚ ਦਿੱਤਾ ਹੋਇਆ ਸੀ, that was correct. ਨੈਕਸਟ ਕੁਐਸਚਨ ਦੇਖੋ ਹੁਣ, which of the following is not a chemical change, ਇਹਨਾਂ ਚੋਂ chemical change ਨਹੀਂ ਹੈ, not ਪੁੱਛਿਆ ਹੈ। ਹੁਣ burning of coal, burning of coal, basically coal ਕੀ ਹੈ, what is coal, that is carbon compound। ਤੁਸੀਂ ਕਾਰਬਨ ਕੰਪਾਊਂਡ ਨੂੰ, ਕੋਈ ਵੀ ਕਾਰਬਨ ਹੈ, ਠੀਕ ਹੈ, ਕਾਰਬਨ ਕੰਪਾਊਂਡ ਨੂੰ ਬਰਨ ਕਰ ਰਹੇ ਹੋ, ਬਰਨ ਕਰਨ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ ਤੁਹਾਡੇ ਕੋਲ, ਆਕਸੀਜਨ। ਸੋ what is forming, ਕਾਰਬਨ ਡਾਈਆਕਸਾਈਡ ਗੈਸ ਨਿਕਲੂਗੀ ਨਾ, ਰਾਈਟ। ਬਰਨਿੰਗ ਹੋ ਰਹੀ ਹੈ, ਨਾਲ ਨਾਲ ਹੀਟ ਵਿਲ ਬੀ ਆਲਸੋ ਪ੍ਰੋਡਿਊਸਡ, ਹੀਟ ਜਿਹੜੀ ਹੈ ਉਹ ਵੀ ਪ੍ਰੋਡਿਊਸ ਹੋਗੀ। ਤਾਂ ਯੈਸ ਆਬਵੀਅਸਲੀ ਦਿਸ ਇਜ਼ ਅ ਕੈਮੀਕਲ ਚੇਂਜ, ਕੈਮੀਕਲ ਚੇਂਜ ਹੋ ਰਿਹਾ ਹੈ ਇੱਧਰ। ਬਟ ਡਾਈਜੈਸ਼ਨ ਆਫ ਫੂਡ ਨੂੰ ਦੇਖੀਏ ਆਪਾਂ, ਯੈਸ ਇੱਧਰ ਵੀ ਕੀ ਹੁੰਦਾ ਹੈ, ਕੰਪਲੈਕਸ ਸਬਸਟੈਂਸਸ ਨੂੰ ਆਪਾਂ ਬ੍ਰੇਕ ਡਾਊਨ ਕਰਦੇ ਹਾਂ ਇਨਟੂ ਦ ਸਿੰਪਲਰ ਵਨਸ, ਰਾਈਟ। So this will also be the chemical change. Photosynthesis ਤੇ obviously chemical change ਹੈ ਹੀ ਹੈ। ਆਪਾਂ glucose ਦੀ formation ਕਰ ਰਹੇ ਹਾਂ by consuming the carbon dioxide, right? So glucose ਦੀ formation ਹੋ ਰਹੀ ਹੈ, this is also a chemical change. None of above, D option ਚ ਦਿੱਤਾ ਹੋਇਆ ਹੈ। So this will become your right answer. ਠੀਕ ਹੈ ਜੀ, clear? ਚਲੋ next question ਦੇਖੋ, frog breathe through. ਓਕੇ ਜੀ, ਫਰੋਗ ਦਾ ਕੰਸੈਪਟ ਹੈ, ਫਰੋਗ ਕਿਸ ਤਰੀਕੇ ਨਾਲ ਬਰੀਦ ਕਰਦਾ ਹੈ, ਸਕਿਨ ਦੇ ਥਰੂ, ਲੰਗਸ ਦੇ ਥਰੂ, ਬੋਥ ਆਫ ਅਬਵ ਜਾਂ ਫਿਰ ਨਨ ਆਫ ਅਬਵ ਆਰ ਕਰੈਕਟ। ਹੁਣ ਫਰੋਗ ਬੇਸਿਕਲੀ ਤਿੰਨ ਚੀਜ਼ਾਂ, 3 things are important for the respiration of frog. ਫਰੋਗ ਦੀ ਗੱਲ ਕਰ ਲੈਂਦੇ ਹਾਂ, ਚਲੋ ਲਾਸਟ ਹੀ ਕੁਐਸਚਨ ਹੈ ਨਾ, ਫਰੋਗ ਦੀ ਗੱਲ ਕਰਦੇ ਹਾਂ। जब आप फ्रॉग की गल करिए, फ्रॉग की भी स्पेशली रेस्पिरेशन की गल करिए, इधर इट इज वेरी स्पेशल। Why it is special respiration?
क्योंकि इत्थे रेस्पिरेशन इट टेक्स प्लेस बाय 3 थिंग्स। सब तो पहला तुहाडे कोल आ जाऊगी स्किन, स्किन जिन्हों आप कहते हैं क्यूटेनियस रेस्पिरेशन। की कहते हैं? क्यूटेनियस रेस्पिरेशन। ठीक है, की मतलब कि स्किन दे थ्रू रेस्पिरेशन हो रही है। इदां दी स्किन जिहदे थ्रू रेस्पिरेशन हो सकती है, ओदे लई इट इज वेरी इंपॉर्टेंट कि स्किन की होनी चाहिए है, मॉइस्ट होनी चाहिए है। स्किन मॉइस्ट होने दे नाल नाल स्किन हैज टू बी हाईली वैस्कुलर। वैस्कुलर दा की मतलब ब्लड फ्लो बहुत वधिया होना चाहिए है स्किन विच। ठीक है, नाले नाल जे आपां नैक्सट टाइप ऑफ रेस्पिरेशन देखिए, फ्रॉग च स्किन तो इलावा लंग्स, फ्रॉग दे कोल लंग्स आर आल्सो देयर, जिथे डिफ्यूजन दे थ्रू रेस्पिरेशन जिहड़ी है दैट विल अकर। यस, स्किन च भी जिहड़ा एक्सचेंज हो रहा है दैट इज आल्सो बाय डिफ्यूजन, बट लंग्स च भी जिहड़ा है एक्सचेंज देखा जाता है। क्लियर? नाउ थर्ड टाइप इज बक्कोफेरेंजियल। बक्कोफेरेंजियल रेस्पिरेशन। बक्कोफेरेंजियल रेस्पिरेशन तुसी फ्रॉग दी बक्कल कैविटी देखी होनी है। ਜਦੋਂ भी बक्कोफेरेंजियल रेस्पिरेशन ਹੁੰਦੀ ਹੈ ਉਹਦੀ बक्कल कैविटी ਚ ਤੁਹਾਨੂੰ मूवमेंट ਹੁੰਦੀ ਹੋਈ ਦਿਖਾਈ ਦੇਊਗੀ, ਰਾਈਟ? ਸੋ बक्कोफेरेंजियल रेस्पिरेशन ਚ ਵੀ डिफ्यूजन ਹੁੰਦਾ है, उधर भी डायरेक्टली ਜਿਹੜਾ है, ठीक है, उधर भी डायरेक्टली ਜਿਹੜਾ है एक्सचेंज देखा गया है। सो दिस इज वेरी इंपॉर्टेंट। इत्थों ਤੁਹਾਨੂੰ बहुत सारे कंसेप्ट ਜਿਹੜੇ ਹਨ ਉਹ क्लियर होंगे। क्लियर? ठीक है जी। सो दीज आर द ऑल टाइप ऑफ रेस्पिरेशन विच अकर्स इन द फ्रॉग, ਜਿਹੜੀ ਤੁਹਾਨੂੰ फ्रॉग ਚ देखने ਨੂੰ मिलती है। चलो, तो दिस वाज द क्वेश्चन। एक्सप्लेनेशन दी हुई है, एक बार इनू रीड भी कर लियो, है ना? पंजाबी च भी दी हुई है। एंड आई हैव एक्सप्लेन लंग्स, बक्कोफेरेंजियल आल्सो एंड स्किन जिन्हों आप क्यूटेनियस रेस्पिरेशन कहते हैं। सारा कुछ जिहड़ा है तुहानू इत्थे एक्सप्लेन करता मैं ऑलरेडी। ओके, सो दिस वाज द सैशन जिह च आपां 2020 दा क्वेश्चन पेपर जिहड़ा है वो सॉल्व किया फॉर द PS टेट। साइंस के क्वेश्चन जिहड़े आपां इत्थे सॉल्व किते हैं। एंड इफ आई टॉक अबाउट द नैक्सट सैशन, बहुत ही जल्द तुहानू होर भी पेपर जिहड़े हन PS टेट दे PYQs दैट विल आल्सो बी गिवन। ठीक है, उहदे सैशनस भी जिहड़े हन तुहानू देखण नू मिलणगे। अगेन इंफॉर्मेशन फॉर यू अबाउट द कोर्स। ठीक है, केड़ा कोर्स जिहड़ा 27 ऑफ जनवरी चो बैच शुरू हो रहा है। ठीक है जी, ज्ञानम जिहड़ा है तुहाडे लई बैच लेके आया है, जिहदे च सिर्फ और सिर्फ 45 डेज तुहानू तैयारी कराई जाऊगी। 27 तो ये बैच शुरू हो रहा है। डिटेल्स जिहड़ी हन मैं ऑलरेडी तुहाडे नाल डिस्कस कीतियां। सो नंबर इज ऑलरेडी रिटन हेयर, यू कैन कॉल ऑन दिस पर्टिकुलर नंबर ते अपने सब्जेक्ट की क्वेरी जिहड़ी है तुसी इत्थे कर सकते हो। ओके, चलो आप फिर मिलांगे, राइट? एंड इहदे नाल जिहड़े न्यू चैनल्स, ਜਿਹੜੇ ਬੱਚੇ ਨਵੇਂ ਆ ਚੈਨਲ 'ਚ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਸਾਰੀ ਵੀਡੀਓਜ਼ ਦੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹੇ। ਐਂਡ ਇਹਦੇ ਨਾਲ ਨਾਲ ਸੈਸ਼ਨ ਨੂੰ ਲਾਈਕ ਵੀ ਕਰ ਦਿਓ। ਠੀਕ ਹੈ ਜੀ, ਚਲੋ ਲੈਟਸ ਐਂਡ ਦ ਸੈਸ਼ਨ ਹੇਅਰ। ਓਕੇ ਜੀ, ਬਾਏ ਬਾਏ, ਟੇਕ ਕੇਅਰ।